दोहरा बीत्यो फागन चेत जब निकट मेख संक्रांत दर्शन परसन गुरु के गन संगत उमडात। वाहिगुरु जी का खालसा वाहिगुरु जी की फतेह। हर गुण पढ़ी है, हर गुण गुणी है, हर हर नाम कथा नित सुनी है। परम सन्मान योग सत्कार योग गुरु प्यारे गुरु सवारे गुरु खालसा सत संगत जी, साडे सबना दे अत्यंत वड्डे भाग हन। जो चवर छतर तखत दे मालक कुर्बानी दे बोहित नाम के जहाज, कलयुग दे अवतार दसां पातशाहियां दे स्वरूप, गुरता गद्दी ते सुभाएमान, धन 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 साहिब श्री गुरु ग्रंथ साहिब महाराज गरीब नवाज पातशाह जियां दी पावन पवित्र निघी गोद दे अंदर साहिब गुरदेव त्याग और वैराग दे मुजस्मे सतगुरु नावे गुरु नानक धन गुरु तेग बहादुर साहब सच्चे पातशाह जी दे पावन अस्थान गुरुद्वारा श्री दुख निवारण साहिब पातशाही नावी पटियाला पावन धरती दे दरबार दे वारगा अंदर निता प्रति दी मर्यादा अनुसार गुरु के कीर्तनीय सिंह कर रहे सन। सबना ने बड़े प्रेम श्रद्धा दे नाल सरवण कीते है। समा बनया है जो गुर इतिहास की लड़ीवार कथा श्री गुरु प्रताप सूरज ग्रंथ रोजाना आप संगतां सरवण करते हो। सतगुरु जी ने समा बख्शिया है उस कथा दी विचार सांझी करन दा। जिस तरह पिछले प्रसंग विच आप जी ने सरवण कीता है, चोजी प्रीतम कलगियां वाले सतगुरु धन साहिब श्री गुरु गोबिंद सिंह महाराज गरीब नवाज पातशाह जी ने अपने सिखां दा उद्धार करन लई आसन सजाए हुए है। सवेर तो अमृत वेले तो गुरु के सिंह आके कीर्तनीय सिख आ करके कीर्तन करते है, दीवान सजदे हन, भेटावां अर्पित हुंदियां ने, अरदासां बेनतियां हुंदियां हन। सिख अपनियां मनोभावनावां गुरु के चरनां विचों फल प्राप्त करके जाते हैं। तो ऐसी सिखां दी जो संगत जुड़ती है, इन्हां संगतां दे विच एक गुरसिख सतगुरु गरीब नवाज पातशाह जी के चरनां विच आया, बेनती की साहिब गरीब नवाज पातशाह जी कृपा करो। सच्चे पातशाह ये संसार दे जो दुख कलेश हन, जो चिंतावां हन, जिस इंसान ने इस जीवन विच इस संसार उत्ते जन्म धारिया है, मरदे दम तक ये सारियां चिंतावां कलेश कल्पनावां नाल रहिंदियां ने।
ਉਸ ਤੋਂ ਉਪਰੰਤ ਵੀ ਇਹ ਮੁੱਕਦੀਆਂ ਨਹੀਂ, ਇਹ ਸੰਸਾਰ ਦੇ ਲੋਕਾਂ ਨੂੰ ਗ੍ਰਸਿਤ ਕਰੀ ਬੈਠੀਆਂ। ਸੱਚੇ ਪਾਤਸ਼ਾਹ, ਮੇਰਾ ਮਨ ਬਹੁਤ ਉਪਰਾਮ ਹੋ ਗਿਆ ਐਸੀਆਂ ਵਿਚਾਰਾਂ ਤੋਂ। ਤਰਸ ਕਰੋ ਗਰੀਬ ਨਵਾਜ, ਕੋਈ ਉਪਦੇਸ਼ ਬਖਸ਼ ਦਿਓ ਤਾਂ ਕਿ ਮੈਂ ਆਤਮ ਗਿਆਨ ਨੂੰ ਪ੍ਰਾਪਤ ਕਰ ਸਕਾਂ, ਜੀਵਨ ਮੁਕਤ ਹੋ ਸਕਾਂ। ਗਰੀਬ ਨਵਾਜ ਪਾਤਸ਼ਾਹ ਨੇ ਪੁੱਛਿਆ, ਭਾਈ ਪੜ੍ਹਿਆ ਹੈ, ਕੁਛ ਅੱਖਰ ਦਾ ਬੋਧ ਹੈ? ਕਹਿਣ ਲੱਗਾ, ਮਹਾਰਾਜ ਮੈਂ ਤੇ ਕੁਝ ਵੀ ਨਹੀਂ ਪੜ੍ਹਿਆ। ਸੱਚੇ ਪਾਤਸ਼ਾਹ ਕਹਿੰਦੇ, ਸਿੱਖਾ, ਜੇ ਅੱਖਰ ਦਾ ਬੋਧ ਹੋਵੇ ਤੇ ਉਹਦੇ ਨਾਲ ਜਿਹੜਾ ਗਿਆਨ ਹੈ ਉਹ ਹਾਸਲ ਹੋ ਜਾਂਦਾ ਹੈ, ਪ੍ਰਾਪਤੀ ਹੋ ਜਾਂਦੀ ਹੈ। ਅੱਖਰ ਦੇ ਬੋਧ ਦੇ ਨਾਲ ਮਨੁੱਖ ਨੂੰ ਜਲਦੀ ਜੋ ਹੈ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਗੁਰਸਿੱਖਾ, ਸਭ ਤੋਂ ਪਹਿਲਾਂ ਅੱਖਰ ਦਾ ਬੋਧ ਕਰੋ, ਗੁਰਮੁਖੀ ਨੂੰ ਸਿੱਖਣਾ ਕਰੋ। ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਗ੍ਰੰਥੀ ਸਿੰਘ ਨੂੰ ਕੋਲ ਸੱਦਿਆ, ਹੁਕਮ ਕੀਤਾ ਕਿ ਸਿੱਖ ਨੂੰ ਗੁਰਮੁਖੀ ਦੇ ਅੱਖਰਾਂ ਦਾ ਬੋਧ ਕਰਾਇਆ ਜਾਵੇ। ਸਭ ਤੋਂ ਪਹਿਲਾਂ ਮੁਹਾਰਨੀ ਜੋ 35 ਅੱਖਰੀ ਹੈ, ਊੜਾ ਐੜਾ, ਉਹ ਪੜ੍ਹਾਇਆ ਗਿਆ। ਉਪਰੰਤ ਮਰਿਆਦਾ ਅਨੁਸਾਰ ਜਪਜੀ ਸਾਹਿਬ, ਪੰਜਾਂ ਬਾਣੀਆਂ ਦੀ ਸੰਥਿਆ, ਰਹਿਰਾਜ ਸਾਹਿਬ, ਕੀਰਤਨ ਸੋਹਿਲਾ, ਪੰਜ ਗ੍ਰੰਥੀ ਦੀ ਜੋ ਬਾਣੀ ਹੈ ਉਹਦੀ ਸੰਥਿਆ ਹੋਈ। ਦੱਖਣੀ ਓਂਕਾਰ, ਸਿੱਧ ਗੋਸ਼ਟ ਇਤਿਆਦਿਕ ਬਾਣੀਆਂ ਦੀ ਸੰਥਿਆ ਕਰਦਿਆਂ ਜਦੋਂ ਪ੍ਰਵਾਹ ਸੰਥਿਆ ਦਾ ਆਨੰਦ ਸਾਹਿਬ ਤੇ ਪਹੁੰਚਿਆ ਤੇ ਸੰਥਿਆ ਕਰਦਿਆਂ ਗ੍ਰੰਥੀ ਸਿੰਘ ਕੋਲੋਂ ਇਸ ਸਿੱਖ ਨੇ ਆਨੰਦ ਸਾਹਿਬ ਦੀ ਪਹਿਲੀ ਪੰਕਤੀ ਪੜ੍ਹੀ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਪੰਕਤੀ ਦਾ ਇੰਨਾ ਜ਼ਿਆਦਾ ਆਤਮਾ ਦੇ ਉੱਤੇ ਪ੍ਰਭਾਵ ਹੋਇਆ ਕਿ ਮਨ ਉਪਰਾਮ ਹੋ ਗਿਆ। ਉਪਰਾਮਤਾ ਇਸ ਗੱਲ ਦੀ ਹੋ ਗਈ ਕਿ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ, ਮੰਜ਼ਿਲ ਪ੍ਰਾਪਤ ਹੋ ਗਈ, ਹੁਣ ਭਟਕਣ ਦੀ ਕੀ ਜ਼ਰੂਰਤ ਹੈ, ਆਨੰਦ ਹੀ ਹੋ ਗਿਆ। ਤੋ ਐਸਾ ਬੋਧ ਜਦੋਂ ਗੁਰੂ ਖਾਲਸਾ ਜੀ ਹਿਰਦੇ ਵਿੱਚ ਆਇਆ, ਇਸੇ ਕਰਕੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਵੀ ਜਦੋਂ ਅੱਖਰ ਦਾ ਬੋਧ ਹੋਵੇ ਤੇ ਗਿਆਨ ਦੀ ਪ੍ਰਾਪਤੀ ਜਲਦੀ ਹੋ ਜਾਂਦੀ ਆ। ਇੱਕ ਪੰਕਤੀ ਪੜ੍ਹੀ, ਉਹਨੇ ਜੀਵਨ ਪਲਟ ਦਿੱਤਾ। ਇੱਕੋ ਪੰਕਤੀ ਨੇ। ਜੇ ਅੱਖਰ ਦਾ ਬੋਧ ਸੀ ਤਾਂ ਹੀ ਹੈ। ਸੱਚੇ ਪਾਤਸ਼ਾਹ ਨੂੰ ਇਹ ਪੰਕਤੀ ਪੜ੍ਹ ਕੇ ਇੰਨਾ ਮਨ ਉੱਤੇ ਅਸਰ ਹੋਇਆ ਇਸ ਗੁਰਸਿੱਖ ਨੇ। ਇਸ ਤੋਂ ਉਪਰੰਤ ਗ੍ਰੰਥੀ ਸਿੰਘ ਪਾਸੋਂ ਸੰਥਿਆ ਨਾ ਪ੍ਰਾਪਤ ਕੀਤੀ। 6 ਮਹੀਨੇ ਬੀਤਣ ਮਗਰੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਦਰਬਾਰ ਸਜਾਏ, ਗ੍ਰੰਥੀ ਸਿੰਘਾਂ ਨੂੰ ਕੋਲ ਸੱਦਿਆ, ਪੁੱਛਿਆ ਕਿ ਜਿਹੜੇ ਸਿੱਖ ਦੀ ਡਿਊਟੀ ਲਾਈ ਸੀ ਸੰਥਿਆ ਕਰਾਉਣ ਦੀ, ਉਹਦੀ ਸੰਥਿਆ ਕਿੱਥੇ ਪਹੁੰਚ ਗਈ ਹੈ। ਗ੍ਰੰਥੀ ਸਿੰਘਾਂ ਨੇ ਦੱਸਿਆ, ਸੱਚੇ ਪਾਤਸ਼ਾਹ ਜੀ ਉਹ ਤੇ ਆਨੰਦ ਸਾਹਿਬ ਦੀ ਪਹਿਲੀ ਪੰਕਤੀ ਪੜ੍ਹ ਕੇ ਉਸ ਤੋਂ ਉਪਰੰਤ ਦੁਬਾਰਾ ਪੜ੍ਹਨ ਆਇਆ ਹੀ ਨਹੀਂ। ਮਹਾਰਾਜ ਨੇ ਕੋਲ ਸੱਦਿਆ, ਪੁੱਛਿਆ, ਹਾਂ ਭਾਈ ਸਿੱਖਾ, ਸੰਥਿਆ ਕਿੱਥੇ ਤੱਕ ਪਹੁੰਚ ਗਈ ਹੈ? ਸੱਚੇ ਪਾਤਸ਼ਾਹ, ਮੈਂ ਪੰਕਤੀ ਪੜ੍ਹੀ ਆ ਆਪ ਜੀ ਦੀ। ਪਾਵਨ ਗੁਰਬਾਣੀ ਦੇ ਅੰਮ੍ਰਿਤ ਬਚਨਾਂ ਨੇ ਇੰਨਾ ਅਸਰ ਕੀਤਾ ਹੈ ਕਿ ਉਸ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਹੁਣ ਪੜ੍ਹਨ ਦਾ ਮਨ ਨਹੀਂ ਕੀਤਾ। ਇਹੋ ਹੀ ਮਨ ਕਰਦਾ ਹੈ ਕਿ ਇਸੇ ਪੰਕਤੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਉੱਤੇ ਨਿਧਿਆਸਨ ਕਰ ਲਵਾਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਐਸੇ ਬੜੇ ਵਿਚਾਰ ਸਾਧ ਸੰਗਤ ਜੀ ਗੁਰ ਇਤਿਹਾਸ ਵਿੱਚ ਆਉਂਦੇ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਜੀ, ਸੁਣਨ ਵਿੱਚ ਆਇਆ ਕਿ ਤੁਹਾਡੇ ਦਰ ਤੋਂ ਹਰ ਚੀਜ਼ ਹਾਸਲ ਹੁੰਦੀ ਹੈ, ਮਹਾਰਾਜ ਕਿਰਪਾ ਕਰੋ, ਮੈਨੂੰ ਸਿੱਧੀਆਂ ਦੀ ਪ੍ਰਾਪਤੀ ਚਾਹੀਦੀ ਹੈ। ਹਰ ਤਰ੍ਹਾਂ ਦੀ ਭਾਵਨਾ ਹੁੰਦੀ ਨਾ ਸਿੱਖਾਂ ਵਿੱਚ, ਮਹਾਰਾਜ ਸਿੱਧੀਆਂ ਚਾਹੀਦੀਆਂ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਜੇ ਸਿੱਧੀ ਚਾਹੀਦੀ ਹੈ ਭਾਈ, ਇੱਕੋ ਪੰਕਤੀ ਪੜ੍ਹ ਲਿਆ ਕਰ, ਸੁਣਿਆ ਸਿੱਧ ਪੀਰ ਸੁਰਨਾਥ। ਬਸ ਇਹਦੇ ਨਾਲ ਹੀ ਇੱਕੋ ਪੰਕਤੀ ਪੜ੍ਹੀ ਗਿਆ ਤੇ ਸਾਰੀ ਕਲਾ ਹਾਸਲ ਹੋ ਗਈ। ਫਿਰ ਆ ਕੇ ਬੇਨਤੀ ਕੀਤੀ, ਮਹਾਰਾਜ ਹੁਣ ਸ਼ਾਂਤੀ ਵੀ ਦੇ ਦਿਓ। ਸੱਚੇ ਪਾਤਸ਼ਾਹ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਸ਼ਾਂਤੀ ਹੋ ਜਾਏ।
ਤੋ ਇਸ ਪ੍ਰਕਾਰ ਗਰੀਬ ਨਵਾਜ ਪਾਤਸ਼ਾਹ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਮਨ ਨਹੀਂ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਹੁਣ ਤੇਰੇ ਜੀਵਨ ਦੀ ਮੁਕਤੀ ਹੋ ਗਈ ਹੈ, ਹੁਣ ਸੁਖ ਪ੍ਰਾਪਤ ਹੋ ਗਿਆ। ਨਾਮ ਦੀ ਮਹਿਮਾ ਪ੍ਰਗਟ ਕਰਨ ਲਈ ਗਰੀਬ ਨਵਾਜ ਪਾਤਸ਼ਾਹ ਨੇ ਫਿਰ ਇੱਕ ਕੌਤਕ ਕੀਤਾ। ਸਜੇ ਦਰਬਾਰ ਵਿੱਚ ਸੱਚੇ ਪਾਤਸ਼ਾਹ ਸਿੱਖਾਂ ਨੂੰ ਬੈਠਿਆਂ ਵੇਖ ਕੇ ਪੁੱਛਣ ਲੱਗੇ, ਭਾਈ ਤੁਹਾਡੇ ਵਿੱਚੋਂ ਕਿਹਨੇ ਕਿਹਨੇ ਕਬੀਰ ਸਾਹਿਬ ਦਾ ਨਾਮ ਸੁਣਿਆ? ਸਭ ਕਹਿਣ ਲੱਗੇ ਮਹਾਰਾਜ ਅਸੀਂ ਸੁਣਿਆ। ਕਬੀਰ ਸਾਹਿਬ ਦਾ ਨਾਮ ਵੀ ਦੱਸ ਦਿੱਤਾ, ਮਾਤਾ ਲੋਈ ਦਾ ਨਾਮ ਵੀ ਦੱਸ ਦਿੱਤਾ, ਇਹ ਵੀ ਦੱਸ ਦਿੱਤਾ ਮਹਾਰਾਜ ਕਬੀਰ ਸਾਹਿਬ ਦਾ ਇੱਕ ਪੁੱਤਰ ਸੀ, ਉਹਦਾ ਨਾਮ ਕਮਾਲਾ ਸੀ, ਇੱਕ ਪੁੱਤਰੀ ਸੀ, ਨਾਮ ਕਮਾਲੀ ਸੀ। ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਵੀ ਸਾਰੇ ਪਰਿਵਾਰ ਦਾ ਹੀ ਨਾਮ ਚੇਤੇ ਆ। ਕਹਿਣ ਲੱਗੇ ਉਸ ਵੇਲੇ ਬਾਦਸ਼ਾਹ ਕੌਣ ਸੀ? ਜਦੋਂ ਬਾਦਸ਼ਾਹ ਪੁੱਛਿਆ ਇਹ ਸੰਸਾਰ ਦਾ ਜਿਹੜਾ ਪਾਤਸ਼ਾਹ ਬਾਦਸ਼ਾਹ ਹੈ ਉਹ ਕੌਣ ਸੀ ਉਸ ਵੇਲੇ, ਰਾਜ ਭਾਗ ਕਿਹਦਾ ਸੀ? ਫਿਰ ਕੁਝ ਸਮਾਂ ਸ਼ਾਂਤ ਹੋ ਗਏ। ਕੁਝ ਵਿੱਚੋਂ ਕਹਿਣ ਲੱਗੇ ਜੀ ਉਸ ਵੇਲੇ ਪ੍ਰਿਥਵੀ ਰਾਜ ਦਾ ਰਾਜ ਸੀ। ਫਿਰ ਵਿੱਚੋਂ ਕੁਝ ਕਹਿਣ ਲੱਗੇ ਨਹੀਂ ਜੀ ਉਸ ਵੇਲੇ ਸਿਕੰਦਰ ਲੋਧੀ ਦਾ ਰਾਜ ਸੀ। ਫਿਰ ਬੋਲੇ ਜੀ ਨਹੀਂ ਹਿਮਾਯੂ ਦਾ ਰਾਜ ਸੀ। ਫਿਰ ਕਹਿਣ ਲੱਗੇ ਜੀ ਉਸ ਵੇਲੇ ਜੈਨੀਆਂ ਦਾ ਰਾਜ ਹੋਵੇਗਾ। ਇਸ ਤਰ੍ਹਾਂ ਆਪਣੀਆਂ ਆਪਣੀਆਂ ਮਤਾਂ ਅਨੁਸਾਰ ਸਾਰੇ ਜਵਾਬ ਦੇਣ ਲੱਗ ਪਏ। ਬੜਾ ਵਿਵਾਦ ਹੋ ਗਿਆ, ਕੋਈ ਕਵੇ ਇਹ ਨਹੀਂ ਇਹ ਸੀ। ਸੱਚੇ ਪਾਤਸ਼ਾਹ ਨੇ ਸਭਨਾਂ ਨੂੰ ਰੋਕਿਆ। ਫਿਰ ਉਹਨਾਂ ਨੂੰ ਸਮਝਾਉਣਾ ਕੀਤਾ, ਦੱਸਣਾ ਕੀਤਾ ਕਿ ਵੇਖੋ ਸਾਧ ਸੰਗਤ ਜੀ, ਦੁਨੀਆ ਦੇ ਰਾਜੇ ਜਿੰਨੇ ਮਰਜ਼ੀ ਇੱਥੇ ਆਈ ਜਾਣ, ਜਿੰਨਾ ਮਰਜ਼ੀ ਐਸ਼ੋ ਐਸ਼ਵਰਜ ਸੁਖ ਸੁਵਿਧਾਵਾਂ ਲੈ ਲੈਣ, ਜੋ ਕੁਝ ਮਰਜ਼ੀ ਪ੍ਰਾਪਤੀ ਕਰ ਲੈਣ ਇਸ ਦੁਨੀਆ ਉੱਤੇ ਆ ਕੇ, ਪਰ ਉਹਨਾਂ ਸਭ ਨੂੰ ਜਾਣ ਤੋਂ ਮਗਰੋਂ ਕੋਈ ਨਹੀਂ ਜਾਣਦਾ। ਜੇ ਜਾਣਿਆ ਜਾਂਦਾ ਹੈ ਤਾਂ ਉਹ ਜਾਣਿਆ ਜਾਂਦਾ ਜਿਹਨੇ ਨਾਮ ਜਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਕਬੀਰ ਸਾਹਿਬ ਨੂੰ ਕੌਣ ਜਾਣਦਾ ਸੀ? ਤੇ ਜੇ ਉਸ ਵੇਲੇ ਦੀ ਸੰਸਾਰਕ ਵਿਹਾਰਕਤਾ ਵੇਖੀਏ ਤੇ ਉਸ ਵੇਲੇ ਕਬੀਰ ਜੀ ਨੂੰ ਬਹੁਤ ਨੀਵਾਂ ਕਰਕੇ ਜਾਣਦੇ ਸੀ। ਕਹਿੰਦੇ ਸੀ ਇਹ ਜੁਲਾਹਿਆਂ ਦਾ ਪੁੱਤਰ ਹੈ, ਇਹ ਭਗਤ ਨਹੀਂ ਹੋ ਸਕਦਾ, ਸ਼ੂਦਰ ਕਹਿੰਦੇ ਸੀ। ਤੇ ਉਸ ਵੇਲੇ ਤੇ ਸ਼ੂਦਰਾਂ ਨੂੰ ਨਾਮ ਜਪਣ ਤੋਂ ਵੀ ਇੰਨੀ ਗੁਰੇਜ਼ ਕਰਦੇ ਸਨ। ਕਹਿੰਦੇ ਜੇ ਸੁਣ ਲੈਂਦੇ ਆ ਕੰਨਾਂ 'ਚ ਸਿੱਕਾ ਢਾਲ ਦਿਓ, ਸੁਣਨਾ ਵੀ ਇਹਨਾਂ ਨੂੰ ਮਨਾਹੀ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਨਾਮ ਦਾ ਕਿੰਨਾ ਪ੍ਰਤਾਪ ਹੈ। ਉਸ ਵੇਲੇ ਦੇ ਰਾਜੇ ਮਹਾਰਾਜੇ ਬਾਦਸ਼ਾਹਾਂ ਨੂੰ ਕੋਈ ਨਹੀਂ ਜਾਣਦਾ, ਕਬੀਰ ਨੂੰ ਹੁਣ ਵੀ ਜਾਣਦੇ ਆ, ਅੱਗੇ ਵੀ ਸਾਰੀ ਦੁਨੀਆ ਤੱਕ, ਜਿਉਂਦੇ ਜੀਵਨ ਤੱਕ, ਦੁਨੀਆ ਦੇ ਰਹਿਣ ਤੱਕ ਜਾਣਦੇ ਰਹਿਣਗੇ ਉਹਦੇ ਪਰਿਵਾਰ ਨੂੰ। ਇਹ ਕਬੀਰ ਨਹੀਂ, ਇਹ ਕਬੀਰ ਜਪਣ ਵਾਲੇ ਨੇ। ਜਿਹਨੇ ਕਬੀਰ ਨੇ ਜਪਿਆ ਨਾ, ਨਾਮ ਜਪਿਆ, ਉਸ ਨਾਮ ਦੀ ਮਹਿਮਾ ਕਰਕੇ ਜਾਣਿਆ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਉਪਦੇਸ਼ ਦਿੱਤਾ, ਦ੍ਰਿੜ ਕਰਾਇਆ ਕਿ ਸਾਧ ਸੰਗਤ ਜੀ ਜਿਹੜਾ ਸਤਸੰਗਤ ਵਿੱਚ ਜੁੜ ਕੇ ਨਾਮ ਦੀ ਕਮਾਈ ਕਰਦਾ ਹੈ ਉਹ ਕਦੇ ਮਰਦਾ ਨਹੀਂ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਅੱਜ ਸਾਰੀ ਸੰਗਤ ਆਪਾਂ ਬੈਠੇ ਆ, ਜੇ ਭਗਤ ਕਬੀਰ ਸਾਹਿਬ ਨੇ ਨਾਮ ਜਪਿਆ ਸੀ ਤੇ ਅੱਜ ਉਹਨਾਂ ਦੇ ਦਰਸ਼ਨ ਹੋ ਹੀ ਰਹੇ ਆ, ਭਾਵੇਂ ਬਚਨਾਂ ਰਾਹੀਂ ਹੋ ਰਹੇ ਆ ਨਾ। ਇਸ ਕਰਕੇ ਰਹਿੰਦੀ ਦੁਨੀਆ ਤੱਕ ਅਸੀਂ ਚਲੇ ਜਾਣਾ, ਕਬੀਰ ਸਾਹਿਬ ਨੇ ਸਦਾ ਜਿਉਂਦੇ ਰਹਿਣਾ। ਤੋ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਨਾਮ ਜਪਦੇ ਆ ਉਹ ਸਦਾ ਨਾਮੀ ਵਿੱਚ ਸਮਾ ਜਾਂਦੇ ਆ, ਸਦਾ ਜੀਵਿਤ ਰਹਿੰਦੇ ਆ। ਇਸ ਪ੍ਰਕਾਰ ਨਾਮ ਦੀ ਉਪਮਾ ਕੀਤੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਨਾਮ ਦੀ ਭਾਵ। ਆਓ ਇਸ ਤੋਂ ਅੱਗੇ ਜੋ ਪ੍ਰਸੰਗ ਆ ਰਹੇ ਆ ਉਹਨਾਂ ਪਾਵਨ ਵਿਚਾਰਾਂ ਨੂੰ ਸਰਵਣ ਕਰਨ ਲਈ ਸੁਰਤੀਆਂ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜਦਿਆਂ ਹੋਇਆਂ ਰਸਨਾ ਨੂੰ ਪਵਿੱਤਰ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੀਤਿਓ ਪਾਗਨ ਚੇਤ ਜਬ, ਨਿਕਟ ਮੇਖ ਸੰਕਰਾਂਤ। ਇਸੇ ਪ੍ਰਕਾਰ ਫੱਗਣ ਦਾ ਤੇ ਚੇਤਰ ਦਾ ਮਹੀਨਾ ਬਤੀਤ ਹੋਇਆ ਤੇ ਮੇਖ ਦੀ ਸੰਕਰਾਂਤ, ਵਿਸਾਖੀ ਦੀ ਸੰਕਰਾਂਤ, ਵਿਸਾਖ ਦੇ ਮਹੀਨੇ ਦੀ ਸੰਕਰਾਂਤ ਦਿਨ ਨੇੜੇ ਆਇਆ ਹੈ। ਦਰਸ਼ਨ ਪਰਸਨ ਗੁਰੂ ਕੇ
ਗਨ ਸੰਗਤ ਉਮਡਾਤ। ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨ ਲਈ, ਸਤਿਗੁਰਾਂ ਦੇ ਪਰਸਨ ਕਰਨ ਲਈ ਬੜੀਆਂ ਹੀ ਸੰਗਤਾਂ ਇਕੱਠ ਦੇ ਰੂਪ ਵਿੱਚ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਪਹੁੰਚ ਰਹੀਆਂ ਹਨ। ਚੋਪਈ ਦਿਨ ਪ੍ਰਤ ਜਸ ਪਸਰੇ ਜਗ ਜਿਉ ਜਿਉ। ਦਿਨਾਂ ਪ੍ਰਤੀ ਦਿਨ ਜਿਸ ਪ੍ਰਕਾਰ ਗਰੀਬ ਨਵਾਜ ਪਾਤਸ਼ਾਹ ਦੇ ਘਰ ਦਾ ਜਸ ਪ੍ਰਗਟ ਹੁੰਦਾ ਜਾਂਦਾ ਹੈ, ਮੇਲਾ ਅਧਿਕ ਮਿਲਤ ਹੈ ਤਿਉ ਤਿਉ। ਤਿਵੇਂ ਤਿਵੇਂ ਹੀ ਸੰਗਤ ਦੀ ਭਾਵਨਾ ਇੰਨੀ ਵੱਧਦੀ ਜਾਂਦੀ ਹੈ, ਵੱਧ ਚੜ ਕੇ ਸੰਗਤਾਂ ਮੇਲੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਚੌਂਦਿਸ਼ ਤੇ ਸੰਗਤ ਚਹਿ ਐਸੇ। ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਇਸ ਪ੍ਰਕਾਰ ਦੀ ਭਾਵਨਾ ਲੈ ਕਰਕੇ ਆਉਂਦੀਆਂ ਹਨ। ਗਨ ਚਕੋਰ ਸਸ ਪ੍ਰੇਮੀ ਜੈਸੇ। ਜਿਸ ਪ੍ਰਕਾਰ ਚਕੋਰ ਤੇ ਸੂਰਜ ਦਾ ਪ੍ਰੇਮ ਹੈ, ਇਸ ਪ੍ਰਕਾਰ ਸਿੱਖਾਂ ਦਾ ਗੁਰੂ ਪ੍ਰਤੀ ਪ੍ਰੇਮ ਉਪਜਦਾ ਹੈ। ਜਨ ਕਨ ਕਟਾ ਕੋਖ ਕੋ ਚਾਹਤ। ਜਿਸ ਪ੍ਰਕਾਰ ਜਿਹੜੇ ਮੋਰ ਨੇ ਉਹ ਕਹਿੰਦੇ ਘਟਾਵਾਂ ਭਰੀਆਂ ਵੇਖ ਕੇ, ਬਦਲਾਂ ਨੂੰ ਗਰਜਿਆਂ ਵੇਖ ਕੇ ਉਹਨਾਂ ਦਾ ਹਿਰਦਾ ਖਿੜ ਜਾਂਦਾ ਮੋਰਾਂ ਦਾ। ਦਾਸ ਕਲਾਪ ਕਲਾਪ ਉਮਾਹਤ। ਇਸੇ ਪ੍ਰਕਾਰ ਮੋਰਾਂ ਦੀ ਨਿਆਈ ਗੁਰੂ ਕੇ ਸਿੱਖ ਨੇ ਤੇ ਬਦਲਾਂ ਦੀ ਗਰਜ ਦੀ ਨਿਆਈ ਗੁਰੂ ਦੇ ਬਚਨ ਹਨ, ਜਿਨ੍ਹਾਂ ਨੂੰ ਸੁਣ ਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਖਿੜ ਜਾਂਦੇ ਹਨ। ਬੰਦ ਟੋਲ ਪਰ ਟੋਲ ਬਿਸਾਲੇ। ਟੋਲੀਆਂ ਦੀਆਂ ਟੋਲੀਆਂ ਬੰਨ ਕੇ, ਜਥਿਆਂ ਦੇ ਜਥੇ ਬਣਾ ਕੇ ਸੰਗਤਾਂ ਆਉਂਦੀਆਂ ਨੇ। ਚਲੇ ਪੰਥ ਮਿਲ ਮਿਲ ਸਿੱਖ ਜਾਲੇ। ਰਸਤੇ ਵਿੱਚ ਬੜੇ ਪ੍ਰੇਮ ਦੇ ਨਾਲ ਮੇਲ ਮਿਲਾਪ ਕਰਕੇ, ਪਰਸਪਰਸ ਭਾਵਨਾ ਦੇ ਨਾਲ ਸਿੱਖ ਚੱਲ ਕੇ ਆਉਂਦੇ ਹਨ। ਗਾਵੇਂ ਸ਼ਬਦ ਪ੍ਰੇਮ ਰੰਗ ਰਾਤੇ। ਬੜੇ ਪ੍ਰੇਮ ਦੇ ਵਿੱਚ ਰੰਗ ਰੱਤੇ ਹੋਏ ਗੁਰੂ ਕੇ ਸ਼ਬਦਾਂ ਨੂੰ ਗਾਉਂਦੇ, ਗੁਰੂ ਕੀ ਬਾਣੀ ਦਾ ਉਚਾਰਨ ਕਰਦੇ ਹੋਏ ਆ ਰਹੇ ਨੇ। ਪਾਉ ਪਰਸ ਪਰ ਕਰ ਹਰ ਖਾਤੇ। ਬੜੇ ਪ੍ਰੇਮ ਦੇ ਨਾਲ ਜਦੋਂ ਬਾਣੀ ਪੜ੍ਹਦੇ ਆ, ਪਰਸਪਰ ਇੱਕ ਦੂਜੇ ਦੇ ਨਾਲ ਪ੍ਰੇਮ ਉਪਜਦਾ ਹੈ। ਆਪਸ ਮੈਂ ਸੇਵੈ ਅਨੁਰਾਗੀ। ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਬੜਾ ਪ੍ਰੇਮ ਕਰਦੇ ਹਨ ਤੇ ਗੁਰੂ ਕੀ ਬਾਣੀ ਜਪਦੇ ਹਨ। ਗੁਰ ਕੀ ਭਗਤ ਅਧਿਕ ਚਿਤ ਜਾਗੀ। ਸਾਹਿਬਾਂ ਦੀ ਜੋ ਭਗਤੀ ਆ, ਉਹ ਪ੍ਰੇਮ ਅਧਿਕ ਜਾਗਦਾ ਹੈ, ਇੱਕ ਦੂਜੇ ਤੋਂ ਵੱਧ ਵੱਧ ਕੇ ਬਾਣੀ ਪੜ੍ਹਦੇ ਹਨ। ਨਈ ਰੀਤ ਤਰ ਸ਼ੁਭ ਮਤ ਮਤੇ। ਨਵੀਂ ਜੀ ਰੀਤ ਧਾਰਨ ਕਰਕੇ ਆਏ ਹੈ, ਬੜਾ ਸ਼ੁਭ ਮਤਾ ਹੈ। ਕੇਸ ਰੱਖੇ ਹੈ, ਸ਼ਸਤਰ ਸਜਾਏ ਹੈ ਤਨ ਤੇ, ਬੜੀ ਨਵੀਂ ਜੀ ਰੀਤ ਦੇ ਨਾਲ ਸਾਰੇ ਸਿੱਖ ਤਿਆਰ ਬਰ ਤਿਆਰ ਹੋ ਕੇ ਆ ਰਹੇ ਨੇ। ਵਾਹਿਗੁਰੂ ਜੀ ਕੀ ਕੈ ਫਤਿਹ। ਤੇ ਜਦੋਂ ਆਪਸ ਵਿੱਚ ਮਿਲਦੇ ਆ, ਇਹ ਨਵੀਂ ਰੀਤ ਪ੍ਰਗਟ ਕੀਤੀ ਆ, ਜਦੋਂ ਆਪਸ ਵਿੱਚ ਮਿਲਦੇ ਆ ਗੱਜ ਕੇ ਫਤਿਹ ਬੁਲਾਉਂਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰਕਾਰ ਫਤਿਹ ਗਜਾਉਂਦੇ ਹਨ। ਜੁਗਮ ਸਮੇਂ ਕੰਗਾ ਕਰ ਲੈਣਾ। ਦੋਵੇਂ ਸਮੇਂ ਦਸਤਾਰ ਸਜਾਉਂਦੇ ਆ ਤੇ ਕੇਸਾਂ ਵਿੱਚ ਕੰਘਾ ਕਰਦੇ ਹਨ। ਇਹ ਗੁਰੂ ਖਾਲਸਾ ਜੀ ਗੁਰਸਿੱਖਾਂ ਦੀ ਰਹਿਤ ਮਰਜ਼ਾਦਾ ਹੈ, ਜੋ ਕਲਗੀਧਰ ਸੱਚੇ ਪਾਤਸ਼ਾਹ ਜੀਆਂ ਦੇ ਵੀ ਰਹਿਤਨਾਮਿਆਂ ਰਾਹੀਂ ਬਚਨ ਹੁੰਦੇ ਆ। ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬਾਂਧਈ। ਦਾਤਨ ਨੀਤ ਕਰੇ ਨਾ ਦੁੱਖ ਪਾਵੈ ਲਾਲ ਜੀ। ਜਿਹੜਾ ਭਾਈ ਦੋਵੇਂ ਸਮੇਂ ਕੰਘਾ ਕਰੇਗਾ, ਚੁਣ ਕੇ ਦਸਤਾਰ ਸਜਾਵੇਗਾ। ਇਹ ਅੱਜ ਕੱਲ ਬੜੀ ਨਵੀਂ ਜੀ ਰੀਤ ਚੱਲ ਗਈ ਹੈ ਕਿ ਆ ਟੋਪੀ ਵਾਂਗ ਦਸਤਾਰ ਲਾ ਦਿੰਦੇ ਹੈ ਤੇ ਬਣੀ ਬਣਾਈ ਦਸਤਾਰ ਉਦਾਂ ਹੀ ਚੁੱਕ ਕੇ ਸਿਰ ਉੱਤੇ ਰੱਖ ਲੈਂਦੇ ਆ। ਇਹ ਨਹੀਂ ਸਾਧ ਸੰਗਤ ਜੀ, ਦਸਤਾਰ ਖੋਲ ਕੇ ਉਹਨੂੰ ਚੁਣਨਾ ਹੈ। ਚੁਣ ਕੇ ਉਸ ਤੋਂ ਉਪਰੰਤ ਜਿਹੜੇ ਪੁਰਾਤਨ ਸਿੰਘ ਨੇ ਉਹਨਾਂ ਦੀ ਇਹ ਮਰਜ਼ਾਦਾ ਰਹੀ ਹੈ, ਦਸਤਾਰ ਨੂੰ ਚੁਣ ਕੇ ਫਿਰ ਬੰਨ੍ਹਦੇ ਆ। ਇਹਦੇ ਨਾਲ ਸਾਧ ਸੰਗਤ ਜੀ ਜਿਹੜਾ ਸਾਡੇ ਹਿਰਦੇ ਵਿੱਚ ਦਲਿੱਦਰ ਭਾਵ ਹੁੰਦਾ ਉਹ ਖਤਮ ਹੁੰਦਾ ਹੈ। ਗੁਰੂ ਕਾ ਸਿੱਖ ਤਿਆਰ ਬਰ ਤਿਆਰ ਰਹਿੰਦਾ ਹੈ। ਤੇ ਜਿਹੜਾ ਕੰਘਾ ਦੋਵੇਂ ਵਕਤ ਕਰਨ ਦਾ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਕਿੰਨਾ ਵੀ ਮਨ ਦੇ ਵਿੱਚ ਬੋਝ ਹੋਵੇ, ਕਿੰਨੀ ਵੀ ਚਿੰਤਾ ਹੋਵੇ, ਜਦੋਂ ਕੇਸਾਂ ਵਿੱਚ ਕੰਘਾ ਹੋ ਜਾਂਦਾ ਹੈ ਨਾ, ਉਦੋਂ ਬਹੁਤ ਜ਼ਿਆਦਾ ਸਰੀਰ ਦੇ ਉੱਤੋਂ ਭਾਰ ਖਤਮ ਹੋ ਜਾਂਦਾ ਹੈ। ਇਹ ਤੁਸੀਂ ਪ੍ਰੈਕਟੀਕਲ ਵੀ ਕਰਕੇ ਦੇਖ ਲਿਆ ਜੀ।
ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਦੋਵੇਂ ਸਮੇਂ ਕੰਘਾ ਕਰਦੇ ਹਨ ਹੋਏ ਸੁਚੇਤ ਸ਼ਬਦ ਮਨ ਦੇਨਾ। ਤੇ ਸੁਚੇਤ ਹੋ ਕਰਕੇ ਸ਼ਬਦ ਦੇ ਵਿੱਚ ਆਪਣਾ ਮਨ ਟਿਕਾਉਂਦੇ ਹਨ। ਬੈਠੇ ਹੰਸਨ ਕੀ ਸਮ ਪੰਗਤ। ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੇ ਆ ਇਦਾਂ ਜਾਪਦਾ ਜਿਵੇਂ ਹੰਸ ਇੱਕ ਪੰਗਤ ਵਿੱਚ ਬੈਠੇ ਹਨ। ਗੁਰੂ ਪੰਥ ਕੀ ਅਦਭੁਤ ਰੰਗਤ। ਗੁਰੂ ਪੰਥ ਦੀ ਜੋ ਅਦਭੁਤੀ ਦੀ ਰੰਗਤ ਹੈ, ਬੜੀ ਅਚਰਜ ਰੰਗਤ ਗੁਰੂ ਪੰਥ ਦੀ ਇਹਨਾਂ ਉੱਤੇ ਚੜੀ ਹੋਈ ਹੈ। ਸੋਹਿਤ ਕੇਸ਼ਨ ਸ਼ਮਸ ਸਮੇਤ। ਬੜੇ ਸੋਹਣੇ ਸਿਰ ਉੱਤੇ ਕੇਸ ਦੁਮਾਲੇ ਸਜਾਏ ਹੋਏ ਆ ਤੇ ਦਾੜੇ ਬੜੇ ਸੋਹਣੇ ਸੋਹਣੇ ਲੰਬੇ ਲੰਬੇ ਫੱਬਦੇ ਹਨ। ਮਨੋ ਜਨਾਏ ਦੇਵਤਨ ਭੇਤ। ਜਿਹੜੇ ਗੁਰੂ ਕੇ ਸਿੱਖ ਬੈਠੇ ਆ ਨਾ ਸਤਿਗੁਰਾਂ ਦੀ ਸੰਗਤ ਵਿੱਚ ਗੁਰੂ ਕੇ ਸ਼ਬਦ ਨੂੰ ਗਾਉਂਦੇ ਆ ਬੈਠ ਕੇ, ਤੇ ਇੰਨੇ ਤਿਆਰ ਬਰ ਤਿਆਰ ਹੋ ਕੇ ਬੈਠਦੇ ਆ, ਇਦਾਂ ਜਾਪਦਾ ਜਿਸ ਤਰ੍ਹਾਂ ਦੇਵ ਰੂਹਾਂ ਹੀ ਆ ਕੇ ਬੈਠ ਜਾਂਦੀਆਂ। ਜਿਸ ਤਰ੍ਹਾਂ ਦੇਵਤੇ ਸਜਦੇ ਆ ਨਾ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ ਜਾਪ ਕਰਦੇ ਆ। ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਆ ਨਾ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਜਿਵੇਂ ਦੇਵਤੇ ਗੁਰੂ ਦੀ ਬਾਣੀ ਨੂੰ, ਗੁਰੂ ਦੀ ਮਹਿਮਾ ਨੂੰ ਗਾਉਂਦੇ ਆ, ਇਦਾਂ ਗੁਰੂ ਕੇ ਸਿੱਖ ਜੁੜ ਕੇ ਬੈਠਦੇ ਹਨ। ਰਹਿਤ ਕੈਤ ਕੇ ਸਹਿਤ ਬਿਸਾਲੇ। ਬੜੀ ਰਹਿਤ ਪੈਤ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਜੁੜਦੇ ਹਨ। ਸ਼ਸਤਰਨ ਧਰੇ ਬੀਰ ਮੁਛਾਲੇ। ਸਾਰਿਆਂ ਨੇ ਆਪਣੇ ਕੱਟ ਦੇ ਨਾਲ ਸ਼ਸਤਰ ਧਾਰਨ ਕੀਤੇ ਹੋਏ ਆ ਤੇ ਤਿਆਰ ਬਰ ਤਿਆਰ ਹੋ ਕੇ ਮੁਛਹਿਰੇ ਸਜਾ ਕੇ ਬਹਿੰਦੇ ਹਨ। ਸੰਗਤ ਚੱਲ ਆਨੰਦਪੁਰੇ ਆਈ। ਇਸ ਪ੍ਰਕਾਰ ਚੱਲ ਫਿਰਦੀ ਸੰਗਤ ਦਰਸ਼ਨ ਕਰਦੀ, ਯਾਤਰਾ ਕਰਦੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੀ ਹੈ। ਭਾਂਤ ਭਾਂਤ ਕੀ ਭੇਟਨ ਲਿਆਈ। ਭਾਂਤ ਭਾਂਤ ਦੀਆਂ ਭੇਟਾਵਾਂ, ਵਸਤਰ ਆਦਿਕ, ਮੋਹਰਾਂ ਆਦਿਕ, ਇਸ ਪ੍ਰਕਾਰ ਮਾਇਆ ਆਦਿਕ ਲੈ ਕੇ ਆਏ ਹਨ। ਦਿਵਸ ਵਿਸੋਏ ਕੋ ਜਬ ਆਇਓ। ਜਿਸ ਦਿਨ ਵਿਸਾਖੀ ਦਾ ਪਾਵਨ ਦਿਹਾੜਾ ਆਇਆ ਹੈ। ਸਤਿਗੁਰ ਕਾਰਨ ਫਰਸ਼ ਡਸਾਇਓ। ਸਾਹਿਬ ਗਰੀਬ ਨਵਾਜ ਪਾਤਸ਼ਾਹ ਨੇ ਸੰਗਤਾਂ ਨੂੰ ਦੀਦਾਰ ਦੇਣੇ ਆ, ਇਸ ਲਈ ਸੁੰਦਰ ਦੀਵਾਨ ਸਜਾਏ ਗਏ, ਫਰਸ਼ ਦਸਾਏ ਹਨ। ਉੱਚੇ ਥਾਨ ਸਿੰਘਾਸਨ ਥਿਰਿਓ। ਗਰੀਬ ਨਵਾਜ ਪਾਤਸ਼ਾਹ ਜੀ ਦਾ ਉੱਚੀ ਸਥਾਨ ਉੱਤੇ ਗੁਰਤਾ ਗੱਦੀ ਦਾ ਸਿੰਘਾਸਨ ਲਾਇਆ ਹੈ। ਅਨਗਨ ਮੇਲ ਆਨ ਤੈ ਜੁਰਿਓ। ਤੇ ਦੂਰੋਂ ਦੂਰੋਂ ਸੰਗਤਾਂ ਸਿੱਖਾਂ ਦਾ ਮੇਲ ਆ ਕੇ ਇਸ ਦੀਵਾਨ ਵਿੱਚ ਸਜਿਆ ਹੈ। ਤਬ ਸ਼੍ਰੀ ਪ੍ਰਭ ਤਨ ਬਸਤਰ ਸ਼ਸਤਰ ਤਰ। ਉਸ ਵੇਲੇ ਗਰੀਬ ਨਵਾਜ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਸੋਹਣੇ ਸ਼ਸਤਰ ਬਸਤਰ ਵਿੱਚ ਤਿਆਰ ਬਰ ਤਿਆਰ ਪਹਿਨ ਕੇ ਹੋਏ ਐ। ਜ਼ੇਵਰ ਜਬਰ ਜ਼ਵਾਹਰ ਮੈਂ ਜਰ। ਐਸੇ ਸੋਹਣੇ ਸ਼ਸਤਰ ਬਸਤਰ ਅਤੇ ਗਹਿਣੇ ਜੋ ਜੇਵਰ ਤੇ ਜਵਾਹਰਾਂ ਨਾਤਾਂ ਨਾਲ ਜੜੇ ਹੋਏ ਹਨ। ਸ਼ੇਰ ਗੁਫਾ ਤੇ ਨਿਕਸੇ ਜੈਸੇ। ਬੱਬਰ ਸ਼ੇਰ ਆਪਣੀ ਗੁਫਾ ਵਿੱਚੋਂ ਬਾਹਰ ਨਿਕਲਦਾ ਹੈ। ਸੁੰਦਰ ਸਦਨ ਤਿਆਗ ਕਰ ਤੈਸੇ। ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਸੁੰਦਰ ਮਹਿਲਾਂ ਨੂੰ ਤਿਆਗ ਕਰਕੇ ਬਾਹਰ ਆਏ ਐ। ਯਾ ਪਰ ਚੜੇ ਸਭਾ ਥਲ ਆਏ। ਘੋੜੇ ਉੱਤੇ ਅਸਵਾਰ ਹੋਏ ਆ ਤੇ ਸੋਹਣੀ ਸਭਾ ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਪਹੁੰਚੇ ਹਨ। ਲੋਕ ਹਜ਼ਾਰੋਂ ਸੀਸ ਨਿਵਾਏ। ਹਜ਼ਾਰਾਂ ਸਿੱਖ ਸੰਗਤਾਂ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰਕੇ ਸਿਰ ਝੁਕਾਉਂਦੀਆਂ ਨੇ। ਬੈਠੇ ਜਾਏ ਸਿੰਘਾਸਨ ਫੇਰ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜਾ ਕੇ ਆਪਣੇ ਪਾਵਨ ਸਿੰਘਾਸਨ ਉੱਤੇ ਸੁਭਾਏਮਾਨ ਹੋਏ ਨੇ। ਸੰਗਤ ਝੁਕੀ ਬ੍ਰਿੰਦ ਇੱਕ ਬੇਰ। ਸਾਹਿਬਾਂ ਦੇ ਪਾਵਨ ਸੁਭਾਏਮਾਨ ਤਖਤ ਉੱਤੇ ਬੈਠਿਆਂ ਨੂੰ ਵੇਖ ਕਰਕੇ ਸਾਰੀ ਸੰਗਤ ਨੇ ਇੱਕ ਵਾਰ ਝੁਕ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਅਰਪ ਅਰਪ ਕਰ ਅਨਿਕ ਅਕੋਰ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰਦੀਆਂ ਹਨ। ਬੰਦੈ ਚਰਨ ਕਮਲ ਕਰ ਜੋਰ। ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕਰਕੇ ਨਮਸਕਾਰਾਂ ਕਰਦੇ ਹਨ। ਦੇਖਤ ਨੈ ਲੋਚਨ ਤ੍ਰਿਪਤਾਵੇਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਦੇ ਆ, ਪਰ ਜਿਹੜੇ ਨੇਤਰ ਨੇ, ਜਿਹੜੇ ਨੈਣ ਨੇ, ਇਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ। ਚਿੱਤ ਨਹੀਂ ਕਰਦਾ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਪਾਸੇ ਹੋ ਜਾਈਏ। ਇਹੀ ਜੀ ਕਰੀ ਜਾਂਦਾ ਕਿ ਦਰਸ਼ਨ ਕਰੀ ਜਾਈਏ, ਕਰੀ ਜਾਈਏ।
ਐਸਾ ਸਾਹਿਬਾਂ ਦੇ ਦਰਸ਼ਨਾਂ ਦਾ ਆਨੰਦ ਲੈਂਦੇ ਹਨ। ਬਹੁ ਸੁੰਦਰਤਾ ਕਈ ਨ ਜਾਵੇ। ਇੰਨੀ ਸਤਿਗੁਰਾਂ ਦੇ ਦਰਸ਼ਨਾਂ ਦੀ ਸੁੰਦਰਤਾ ਹੈ, ਇੰਨਾ ਸਰੂਪ ਦੇ ਉੱਤੇ ਨੂਰ ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾਂਦਾ। ਸੰਗਤ ਕੀ ਹੋਈ ਵੱਡ ਪੀਰ। ਇਸੇ ਪ੍ਰਕਾਰ ਸੰਗਤ ਬਹੁਤ ਵੱਡੀ ਇਕੱਠ ਦੇ ਵਿੱਚ ਭੀੜ ਵਿੱਚ ਆ ਗਏ ਹਨ। ਪਿਖ ਪਿਖ ਸਿੱਖਨ ਖੋਵਤ ਪੀਰ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਰਸ਼ਨ ਕਰਦੇ ਆ ਸਾਹਿਬਾਂ ਦੇ, ਤੇ ਗਰੀਬ ਨਵਾਜ ਪਾਤਸ਼ਾਹ ਜੀ ਦੀ ਜਿਨ੍ਹਾਂ ਉੱਤੇ ਦ੍ਰਿਸ਼ਟੀ ਹੁੰਦੀ ਆ ਉਹਨਾਂ ਦੇ ਸਾਰੇ ਦੁੱਖ ਹਰ ਲੈਂਦੇ ਨੇ। ਆਛਾ ਦੇ ਮੁਖ ਸਿੱਖਨੀ ਆਵੇ। ਇੱਕ ਸਿੱਖਣੀ ਇਹਨਾਂ ਸਿੱਖਾਂ ਦੀ ਸੰਗਤ ਵਿੱਚ ਆਈ ਹੈ ਜਿਨੇ ਆਪਣੇ ਮੁਖ ਉੱਤੇ ਪੱਲੂ ਲਿਆ ਹੋਇਆ ਹੈ, ਆਸ਼ਾਦ ਕੀਤਾ ਹੋਇਆ, ਮੁਖ ਉੱਤੇ ਘੋਂਡਾ ਅਦ ਕੱਢਿਆ ਹੋਇਆ ਹੈ। ਪਹੁੰਚੇ ਨਿਕਟ ਨ ਪੁਨੇ ਹਟ ਜਾਵੇ। ਸਾਹਿਬਾਂ ਦੇ ਦਰਸ਼ਨ ਕਰਨ ਲਈ ਦੀਵਾਨ ਵਿੱਚ ਪਹੁੰਚਦੀ ਹੈ ਪਰ ਕੋਲ ਨਹੀਂ ਪਹੁੰਚ ਸਕਦੀ, ਦੂਰੋਂ ਹੀ ਵਾਪਸ ਮੁੜ ਜਾਂਦੀ ਹੈ। ਬੜੀ ਪੀਰ ਪੁਰਖਨ ਕੀ ਹੇਰੇ। ਕੀ ਵੇਂਦੀ ਹੈ? ਸਾਹਿਬ ਜੀਆਂ ਦੇ ਕੋਲ ਬਹੁਤ ਵੱਡੀ ਭੀੜ ਜੋ ਹੈ ਉਹ ਸਿੱਖਾਂ ਦੀ, ਗੁਰੂ ਕੇ ਸਿੰਘਾਂ ਦੀ ਲੱਗੀ ਹੋਈ ਹੈ। ਚਾਹੇ ਅਧਿਕ ਹੋਏ ਸਕੈ ਨਾ ਨੇਰੇ। ਇੰਨੀ ਵੱਡੀ ਭੀੜ ਨੂੰ ਵੇਖ ਕਰਕੇ ਚਾਹੁੰਦੀ ਤਾਂ ਹੈ ਮਹਾਰਾਜ ਦੇ ਦਰਸ਼ਨ ਕਰਨੇ, ਪਰ ਨੇੜੇ ਨਹੀਂ ਆਇਆ ਜਾਂਦਾ। ਮਨ ਗਤ ਲਖ ਸਤ ਗੁਰ ਤੈ ਪਾਸੀ। ਤੇ ਇਸੇ ਪ੍ਰਕਾਰ ਦੂਰੋਂ ਹੀ ਵਾਪਸ ਮੁੜ ਜਾਂਦੀ ਹੈ। ਤੇ ਇਸ ਪ੍ਰਕਾਰ ਦੀ ਉਹਦੀ ਗਤੀ ਵੇਖ ਕਰਕੇ, ਉਹਦੀ ਕਿਰਿਆ ਵੇਖ ਕਰਕੇ ਸੱਚੇ ਪਾਤਸ਼ਾਹ ਨੇ ਆਪਣੇ ਹਿਰਦੇ ਵਿੱਚ ਜਾਣਿਆ ਹੈ। ਕਰਿਓ ਪਠਾਵਨ ਸਿੱਖ ਅਰਦਾਸੀ। ਮਹਾਰਾਜ ਜੀਆਂ ਨੇ ਆਪਣੇ ਅਰਦਾਸੀਏ ਸਿੱਖ ਨੂੰ ਉਸ ਬੀਬੀ ਕੋਲ ਭੇਜਿਆ, ਸਿੱਖਣੀ ਕੋਲ ਭੇਜਿਆ ਹੈ। ਲਿਆਏ ਹਜ਼ੂਰ ਖਰੀ ਕਰ ਨੇਰੇ। ਤੇ ਸੱਦਾ ਭੇਜ ਕੇ ਸੱਚੇ ਪਾਤਸ਼ਾਹ ਨੇ ਆਪਣੇ ਹਜ਼ੂਰ ਉਸ ਬੀਬੀ ਨੂੰ, ਸਿੱਖਣੀ ਨੂੰ ਸੱਦ ਲਿਆ ਹੈ। ਕਰ ਕੋ ਜੋਰ ਗੁਰੂ ਦਿਸ਼ਹੇਰੇ। ਤੇ ਦੋਵੇਂ ਹੱਥ ਜੋੜ ਕਰਕੇ ਇਹਨੇ ਮਹਾਰਾਜ ਜੀਆਂ ਦੇ ਵੱਲ ਦਰਸ਼ਨ ਕੀਤੇ ਹਨ। ਤਿਸ ਕੁਟੰਬ ਕੇ ਜੇ ਨਰ ਔਰ। ਉਸ ਬੀਬੀ ਦੇ ਪਰਿਵਾਰ ਦੇ ਹੋਰ ਜਿੰਨੇ ਵੀ ਜੀ ਹਨ, ਬੈਠੇ ਸਭਾ ਵਿਖੇ ਤਿਸ ਠੌਰ। ਉਹ ਸਾਰੇ ਪਰਿਵਾਰ ਦੇ ਜੀ ਇਸੇ ਦਰਬਾਰ ਵਿੱਚ ਸੰਗਤ ਵਿੱਚ ਸੁਭਾਏਮਾਨ ਹਨ। ਘੂੰਗਟ ਕਾਡੇ ਮਸਕਾ। ਪੱਲੂ ਲਿਆ ਹੋਇਆ ਤੇ ਸਾਹਿਬ ਜੀਆਂ ਦੇ ਆ ਕੇ ਚਰਨਾਂ ਵਿੱਚ ਮਸਤਕ ਰੱਖਿਆ ਹੈ। ਖਰੀ ਅਗਾਰੀ ਜਲਦ ਬਬੇਕਾ। ਜਲਦ ਵਿਵੇਕ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਦੇ ਸਾਹਮਣੇ ਖਲੋ ਗਈ ਹੈ। ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਵਚਨ ਕਰਨੇ ਕੀਤੇ ਹਨ। ਕਉ ਸਿੱਖਣੀ ਇਹ ਕਿਆ ਚਿਤ ਚੀਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖਣੀ, ਇਹ ਤੂੰ ਕਿਸ ਪ੍ਰਕਾਰ ਦਾ ਆਪਣੇ ਮਨ ਵਿੱਚ ਚਿਤਵਨਾ ਕੀਤਾ ਹੈ? ਨਾਲੇ ਚੱਲ ਕੇ ਆਉਂਦੀ ਹੈ, ਦੇਖ ਕੇ ਫਿਰ ਵਾਪਸ ਮੁੜ ਜਾਂਦੀ ਹੈ, ਕੀ ਆਪਣੇ ਮਨ ਵਿੱਚ ਫੁਰਨੇ ਬਣਾਏ ਹਨ? ਲਖੇ ਗੁਰੂ ਕੇ ਤੋ ਕਹੋ ਆਛੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਣੀਏ, ਗੁਰੂ ਤੁਹਾਨੂੰ ਅੰਦਰੋਂ ਜਾਣਦੇ ਹਨ। ਤਉ ਸੁਨਨ ਹਿਤ ਸੰਗਤ ਬਾਛੇ। ਅਸੀਂ ਤਾਂ ਜਾਣਦੇ ਹਾਂ, ਪਰ ਫਿਰ ਵੀ ਇਹ ਜਿਹੜੀ ਸੰਗਤ ਹੈ ਇਹਨਾਂ ਨੂੰ ਸੁਣਾਉਣ ਲਈ, ਇਹਨਾਂ ਦੀ ਇੱਛਾ ਪੂਰਤੀ ਲਈ ਦੱਸਣਾ ਕਰੋ। ਨਿਜ ਬਿਰਤਾਂਤ ਹਿਰਦੇ ਕਰ ਬਾਹਰ। ਆਪਣੇ ਹਿਰਦੇ ਦਾ ਜੋ ਬਿਰਤਾਂਤ ਹੈ ਉਹ ਸਾਰਿਆਂ ਦੇ ਵਿੱਚ ਦੱਸਣਾ ਕਰੋ, ਸੰਗਤ ਵਿੱਚ ਪ੍ਰਗਟ ਕਰੋ। ਕਰੋ ਸੁਨਾਵਨ ਸਭ ਮੈਂ ਜ਼ਾਹਰ। ਸਾਰੀ ਸੰਗਤ ਦੇ ਬੈਠਿਆਂ ਇੱਥੇ ਸੰਗਤ ਵਿੱਚ ਆਪਣਾ ਬਿਰਤਾਂਤ ਜ਼ਾਹਰ ਕਰਕੇ ਸੁਣਾ ਦਿਓ। ਕਰ ਜੋਰਤ ਤਬ ਤ੍ਰਿਆ ਉਬਾਚੇ। ਸਾਹਿਬਾਂ ਦੇ ਪਾਵਨ ਬਚਨ ਸੁਣ ਕਰਕੇ ਉਸ ਵੇਲੇ ਦੋਵੇਂ ਹੱਥ ਜੋੜ ਕੇ ਇਸ ਬੀਬੀ ਨੇ ਦੱਸਣਾ ਕੀਤਾ। ਸੁਨੀਏ ਪਾਤਸ਼ਾਹ ਗੁਰ ਸਾਚੇ। ਐ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੇਰੀ ਬੇਨਤੀ ਸੁਣਨਾ ਕਰੋ। ਮਾਤਾ ਪਿਤਾ ਰਾਏਪੁਰ ਮੇਰੇ। ਸੱਚੇ ਪਾਤਸ਼ਾਹ ਜਿਹੜੇ ਮੇਰੇ ਮਾਤਾ ਪਿਤਾ ਨੇ ਉਹ ਰਾਏਪੁਰ ਦੇ ਰਹਿਣ ਵਾਲੇ ਹਨ। ਹੁਤੀ ਕੁਮਾਰੀ ਜਬ ਇੱਕ ਬੇਰੇ। ਜਦੋਂ ਸੱਚੇ ਪਾਤਸ਼ਾਹ ਮੈਂ ਆਪਣੇ ਮਾਤਾ ਪਿਤਾ ਦੇ ਘਰ ਕੁਆਰੀ ਹੋ ਕੇ ਰਹਿੰਦੀ ਸਾਂ, ਇੱਕ ਸਾਧੂ ਬੈ ਬ੍ਰਿਧ ਉਧਾਰਾ। ਇੱਕ ਬਜ਼ੁਰਗ ਸਾਧੂ ਜੀ ਦੀ ਉਮਰ ਬਹੁਤ ਹੋ ਚੁੱਕੀ ਹੈ,
ਉਹ ਜੋ ਬੜਾ ਉਦਾਰ ਬਿਰਤੀ ਵਾਲਾ ਸਾਧੂ ਸੀ, ਆਨ ਰਿਓ ਹਮ ਸਦਨ ਮਜਾਰਾ। ਉਹ ਸੱਚੇ ਪਾਤਸ਼ਾਹ ਸਾਡੇ ਘਰ ਵਿੱਚ, ਮੇਰੇ ਪੇਕਿਆਂ ਦੇ ਘਰ ਵਿੱਚ ਰਹਿੰਦਾ ਸੀ। ਸੇਵਾ ਕਰੇ ਮਾਤ ਪਿਤ ਮੇਰੇ। ਤੇ ਉਸ ਬਜ਼ੁਰਗ ਸਾਧੂ ਦੀ ਮੇਰੇ ਮਾਤਾ ਪਿਤਾ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਰਹੇ। ਖਾਨ ਪਾਨ ਤੇ ਆਦ ਕਨੇਰੇ। ਖਾਨ ਪਾਨ ਆਦਿਕ ਦਾ ਹਰ ਚੀਜ਼ ਦਾ ਖਿਆਲ ਰੱਖਦੇ ਸਨ, ਕਿਉਂਕਿ ਬਜ਼ੁਰਗ ਅਵਸਥਾ ਹੋਣ ਕਰਕੇ ਹਰ ਚੀਜ਼ ਦਾ ਬੜੇ ਸੇਵਾ ਭਾਵ ਦੇ ਵਿੱਚ ਖਿਆਲ ਰੱਖਦੇ ਸਨ। ਸੰਮਤ ਪੰਚ ਰਿਓ ਸੁਖ ਪਾਏ। ਸੱਚੇ ਪਾਤਸ਼ਾਹ ਜੀ ਉਹ ਬਜ਼ੁਰਗ ਸਾਧੂ ਸਾਡੇ ਮੇਰੇ ਪੇਕਿਆਂ ਦੇ ਘਰ 5 ਸਾਲ ਤੱਕ ਬੜੇ ਸੁੱਖ ਦੇ ਨਾਲ ਰਿਹਾ। ਮੈਂ ਪੀ ਸੇਵ ਕਰੋ ਹਿਤ ਲਾਏ। ਉਸ ਵੇਲੇ ਮਹਾਰਾਜ ਮੈਂ ਵੀ ਬੜੇ ਪ੍ਰੇਮ ਦੇ ਨਾਲ ਉਸ ਸਾਧੂ ਦੀ ਸੇਵਾ ਕਰਦੀ ਰਹੀ। ਕਥਾ ਸੁਨਾਏ ਅਨੇਕ ਪ੍ਰਕਾਰਾ। ਤੇ ਉਹ ਸਾਧੂ ਦਾ ਸੁਭਾਅ ਸੀ ਕਿ ਜਦੋਂ ਵੀ ਜਲ ਪਾਣੀ ਭੋਜਨ ਪ੍ਰਸ਼ਾਦ ਛਕ ਲੈਣਾ, ਉਸ ਤੋਂ ਉਪਰੰਤ ਸਾਰੇ ਪਰਿਵਾਰ ਨੂੰ ਕੋਲ ਬਿਠਾ ਕਰਕੇ ਕੁਝ ਨਾ ਕੁਝ ਕਥਾ ਵਿਚਾਰ, ਕੋਈ ਗੁਰੂ ਘਰ ਦੀ ਸਾਖੀ, ਕੁਛ ਨਾ ਕੁਝ ਸਿੱਖਿਆ ਦੇਣ ਵਾਲੇ ਬਚਨ ਸਾਂਝੇ ਕਰਦੇ। ਮੈਂ ਪੀ ਸੁਨਤ ਰਹੀ ਤਿਸ ਬਾਰਾ। ਸੱਚੇ ਪਾਤਸ਼ਾਹ ਉਸ ਵੇਲੇ ਫਿਰ ਉਸ ਸੰਗਤ ਵਿੱਚ ਮੈਂ ਵੀ ਉਹਨਾਂ ਦੇ ਬਚਨ ਸਰਵਣ ਕਰਦੀ ਰਹੀ। ਖੱਤਰੀ ਸੁਤ ਬਰਸਾਣੇ ਗ੍ਰਾਮੋ। ਮਹਾਰਾਜ ਜੀ ਇਸੇ ਪ੍ਰਕਾਰ ਜਦੋਂ ਉਸ ਤੋਂ ਬਾਅਦ ਮੇਰੀ ਸ਼ਾਦੀ ਹੋ ਗਈ, ਜਿੱਥੇ ਖੱਤਰੀਆਂ ਦੇ ਪਰਿਵਾਰ ਵਿੱਚ ਬਰਸਾਣੇ ਗ੍ਰਾਮ ਵਿੱਚ, ਨਗਰ ਵਿੱਚ, ਮੁਝ ਕੋ ਵਿਆਹ ਦੀਨ ਤਿਨ ਤਾਮੋ। ਮੇਰੇ ਘਰ ਵਾਲਿਆਂ ਨੇ ਮੇਰਾ ਉਸ ਘਰ ਵਿੱਚ ਵਿਆਹ ਕਰ ਦਿੱਤਾ। ਤਿਸ ਕੀ ਸਿੱਖਣੀ ਮੁਝ ਕੋ ਜਾਨੋ। ਸੱਚੇ ਪਾਤਸ਼ਾਹ ਉਸ ਗੁਰੂ ਕੇ ਸਿੱਖ ਦੀ ਮੈਨੂੰ ਸਿੱਖਣੀ ਜਾਣਨਾ ਕਰੋ। ਸਿੱਖ ਪੀ ਗੁਰਮੁਖ ਭਲਾ ਪਛਾਨੋ। ਮਹਾਰਾਜ ਜੀ ਜਿਹੜਾ ਮੇਰਾ ਪਤੀ ਪਰਮੇਸ਼ਵਰ ਹੈ ਉਹ ਵੀ ਬੜਾ ਸਿੱਖ ਹੈ ਤੇ ਗੁਰੂ ਦੀ ਭਾਵਨਾ ਵਿੱਚ ਰੱਖਣ ਵਾਲਾ ਹੈ, ਗੁਰਸਿੱਖ ਬਿਰਤੀ ਵਾਲਾ ਹੈ। ਸਿੱਖ ਸੰਤ ਜੋ ਵਹਿਰ ਨਿਹਾਰੇ। ਸੱਚੇ ਪਾਤਸ਼ਾਹ ਕੋਈ ਸਿੱਖ ਨੂੰ, ਕਿਸੇ ਸੰਤ ਆਦਿਕ ਭਗਤ ਆਦਿਕ ਨੂੰ ਜਦੋਂ ਬਾਹਰ ਵੇਖਦਾ ਹੈ, ਲੈ ਆਵਤ ਹੈ ਸਦਨ ਮਜਾਰੇ। ਬੜੇ ਪ੍ਰੇਮ ਦੇ ਨਾਲ ਬੇਨਤੀ ਕਰਕੇ ਉਹਨਾਂ ਨੂੰ ਘਰ ਵਿੱਚ ਲੈ ਕੇ ਆਉਂਦਾ ਹੈ। ਪ੍ਰੇਮ ਕਰੋ ਮੈਂ ਪੀਸ ਪਕਾਵੋ। ਸੱਚੇ ਪਾਤਸ਼ਾਹ ਆਏ ਸਿੱਖ ਸੇਵਕ ਸੰਤ ਦੀ ਮੈਂ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੀ ਹਾਂ, ਭੋਜਨ ਪ੍ਰਸ਼ਾਦ ਪਕਾਉਂਦੀ ਹਾਂ। ਲੈ ਖੁਸ਼ੀ ਕਰ ਤਿਆਰ ਛਕਾਵੋ। ਬੜੀ ਖੁਸ਼ੀ ਲੈ ਕਰਕੇ ਬੜੇ ਪ੍ਰੇਮ ਭਾਵਨਾ ਦੇ ਵਿੱਚ ਮੈਂ ਭੋਜਨ ਪ੍ਰਸ਼ਾਦ ਛਕਾਉਂਦੀ ਹਾਂ। ਭਰਤਾ ਸਾਥ ਰਹੀ ਬਨ ਮੇਰੀ। ਇਸ ਪ੍ਰਕਾਰ ਮਹਾਰਾਜ ਮੇਰੀ ਤੇ ਮੇਰੇ ਪਤੀ ਦੀ ਬੜੀ ਪ੍ਰੇਮ ਬਣ ਆਇਆ ਹੈ। ਸਾਡੀ ਜੋ ਬਿਰਤੀ ਦਾ ਮਿਲਾਪ ਹੈ ਇਹ ਬਹੁਤ ਸਾਡਾ ਆਪਸ ਵਿੱਚ ਸੁਮੇਲ ਕਰਦਾ ਹੈ। ਸਿੱਖਨ ਸੇਵਾ ਕਰੋ ਕਨੇਰੀ। ਮਹਾਰਾਜ ਜੀ ਮੇਰੇ ਪਤੀ ਦੀ ਵੀ ਭਾਵਨਾ ਗੁਰਸਿੱਖਾਂ ਦੀ ਸੇਵਾ ਵਾਲੀ ਹੈ ਤੇ ਮੇਰੀ ਵੀ ਜੀਵਨ ਦੀ ਭਾਵਨਾ ਗੁਰਸਿੱਖ ਸੇਵਾ ਵਾਲੀ ਹੈ। ਸੰਤਨ ਤੇ ਮੈਂ ਪੂਰਬ ਸੁਨਿਓ। ਤੇ ਸੱਚੇ ਪਾਤਸ਼ਾਹ ਜਦੋਂ ਮੈਂ ਆਪਣੇ ਪੇਕਿਆਂ ਦੇ ਘਰ ਕੁਆਰੀ ਹੁੰਦਿਆਂ ਸੰਤਾਂ ਦੀ ਸੇਵਾ ਕਰਦੀ ਸੀ, ਉਹਨਾਂ ਦੇ ਬਚਨਾਂ ਚੋਂ ਉਸ ਵੇਲੇ ਮੈਂ ਸੁਣਨਾ ਕੀਤਾ ਸੀ। ਤ੍ਰਿਆ ਕੋ ਇੱਕ ਅਲੰਬ ਪਤੀ ਗੁਨਿਓ। ਉਹ ਸੰਤਾਂ ਨੇ ਉਸ ਵੇਲੇ ਮਹਾਰਾਜ ਬਚਨ ਕੀਤੇ ਸੀ ਕਿ ਜੋ ਇਸਤਰੀ ਹੈ ਉਹਦਾ ਆਸਰਾ ਕੇਵਲ ਉਹਦਾ ਪਤੀ ਹੁੰਦਾ ਹੈ। ਉਹਦਾ ਭਰੋਸਾ, ਉਹਦਾ ਆਸਰਾ, ਉਹਦਾ ਹੌਸਲਾ ਆਪਣੇ ਪਤੀ ਉੱਤੇ ਦ੍ਰਿੜ ਹੋਣਾ ਚਾਹੀਦਾ ਹੈ। ਪਤੀ ਨੂੰ ਪਰਮੇਸ਼ਰ ਜਾਣਨਾ ਹੈ। ਜਾਂ ਤੇ ਸੇਵਾ ਕਰੋ ਮਹਾਨਾ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਮੈਂ ਆਪਣੇ ਪਤੀ ਪਰਮੇਸ਼ਵਰ ਦੀ ਬੜੀ ਭਾਵਨਾ ਨਾਲ ਸੇਵਾ ਕਰਦੀ ਹਾਂ। ਇਹ ਸਾਧ ਸੰਗਤ ਜੀ ਬਹੁਤ ਵੱਡਾ ਧਰਮ ਹੈ, ਪਤੀ ਨੂੰ ਪਰਮੇਸ਼ਰ ਜਾਣਨਾ। ਜੇ ਪਤੀ ਨੂੰ ਪਰਮੇਸ਼ਰ ਜਾਣਿਆ ਤੇ ਰਜਨੀ ਨੇ ਆਪਣੇ ਪਤੀ ਨੂੰ ਪਿੰਗਲੇ ਤੋਂ ਬਿਲਕੁਲ ਸਹੀ ਕਰਾ ਲਿਆ। ਜੇ ਉਹਨੇ ਪਰਮੇਸ਼ਰ ਜਾਣਿਆ ਪਤੀ ਨੂੰ, ਉਹਨੇ ਇਹ ਨਹੀਂ ਕਿਹਾ ਕਿ ਮੇਰਾ ਪਤੀ ਪਿੰਗਲਾ ਹੈ, ਪਰ ਉਹਨੇ ਭਾਵਨਾ ਰੱਖੀ ਪਤੀ ਪਰਮੇਸ਼ਵਰ ਵਾਲੀ, ਉਹਨੇ ਵੀ ਬਚਨ ਸੁਣੇ ਸੀ। ਇਸੇ ਪ੍ਰਕਾਰ ਮਹਾਰਾਜ ਮੈਂ ਆਪਣੇ ਪਤੀ ਉੱਤੇ ਪਰਮੇਸ਼ਰ ਵਰਗੀ ਭਾਵਨਾ ਰੱਖਦੀ ਹਾਂ। ਗੁਰ ਪਰਮੇਸ਼ਰ ਪਤੀ ਹੀ ਜਾਨਾ। ਮੇਰਾ ਗੁਰੂ ਵੀ ਮੇਰਾ ਪਤੀ ਹੈ ਤੇ ਪਰਮੇਸ਼ਰ ਭਾਵ ਵੀ ਮੇਰੇ ਪਤੀ ਵਿੱਚ ਹੀ ਹੈ। ਮਮ ਸਸੁਰੇ ਕੋ ਸਭ ਪਰਵਾਰਾ। ਸੱਚੇ ਪਾਤਸ਼ਾਹ ਜੀ ਮੇਰੇ ਸਹੁਰੇ ਘਰ ਦਾ ਜਿੰਨਾ ਵੀ ਪਰਿਵਾਰ ਕੁਟੁੰਬ ਹੈ, ਦੇਵਰ ਜੇਠ ਸੰਗ ਸਭ ਦਾਰਾ। ਮੇਰੇ ਦੇਵਰ ਹਨ, ਮੇਰਾ ਜੇਠ ਹੈ
ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਪਤਨੀਆਂ ਪਰਿਵਾਰ ਹੈ। ਤੁਮਰੇ ਦਰਸ਼ਨ ਕੋ ਸਭ ਆਵੇ। ਸੱਚੇ ਪਾਤਸ਼ਾਹ ਜੀ ਇਹ ਸਾਰਾ ਹੀ ਪਰਿਵਾਰ ਗੁਰੂ ਘਰ ਦਾ ਪ੍ਰੇਮੀ ਹੈ ਤੇ ਹਰ ਸਾਲ ਤੁਹਾਡੇ ਦਰਸ਼ਨ ਕਰਨ ਲਈ ਆਉਂਦਾ ਹੈ। ਮਮ ਪਤੀ ਸਹਿਤ ਦੇਖ ਪੁਨ ਜਾਵੇ। ਸੱਚੇ ਪਾਤਸ਼ਾਹ ਮੇਰੇ ਪਤੀ ਵੀ ਤੁਹਾਡੇ ਕੋਲ ਆਉਂਦੇ ਹਨ ਤੇ ਸਾਰੇ ਪਰਿਵਾਰ ਦੇ ਸਹਿਤ ਇੱਥੇ ਆ ਕੇ ਤੁਹਾਡੇ ਦਰਸ਼ਨ ਕਰਕੇ ਜਾਂਦੇ ਹਨ। ਮੈਂ ਪਾਪਣ ਬਿਨ ਭਾਗ ਵਿਚਾਰਾ। ਸੱਚੇ ਪਾਤਸ਼ਾਹ ਜੀ ਮੈਂ ਆਪਣੇ ਆਪ ਨੂੰ ਪਾਪਣ ਜਾਣਿਆ ਅਤੇ ਵਿਚਾਰ ਕੀਤੀ ਕਿ ਮੇਰੇ ਅਜੇ ਏਡੇ ਭਾਗ ਨਹੀਂ ਹਨ। ਗੁਰ ਸਰੂਪ ਨੇ ਕਬੇ ਨਿਹਾਰਾ। ਤੇ ਇਹ ਮਨ ਵਿੱਚ ਜਾਣਿਆ ਕਿ ਅਜੇ ਮੇਰੇ ਇੰਨੇ ਭਾਗ ਨਹੀਂ ਬਣੇ ਕਿ ਮੈਂ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰ ਸਕਾਂ। ਗਨ ਸਿੱਖਨ ਕੀ ਸੇਵਾ ਕਰੋ। ਸੱਚੇ ਪਾਤਸ਼ਾਹ ਮੈਂ ਪਿੱਛੋਂ ਆਪਣੇ ਘਰ ਵਿੱਚ ਆਏ ਗਏ ਸਿੱਖ ਸੰਤ ਸੇਵਕ ਦੀ ਟਹਿਲ ਕਰਦੀ ਸੇਵਾ ਕਰਦੀ ਰਹੀ। ਦਰਸ਼ਨ ਗੁਰੂ ਚਿਤਵਨਾ ਧਰੋ। ਪਰ ਮਹਾਰਾਜ ਮੇਰੇ ਚਿੱਤ ਦੀ ਜੋ ਭਾਵਨਾ ਸੀ ਉਹ ਇਹੋ ਹੀ ਸੀ ਕਿ ਕਦੋਂ ਮੈਨੂੰ ਮੇਰੇ ਗਰੀਬ ਨਵਾਜ ਦੇ ਦਰਸ਼ਨ ਹੋਣਗੇ, ਕਦੋਂ ਮੈਨੂੰ ਉਸ ਪਾਵਨ ਨੂਰਾਨੀ ਮੁਖੜੇ ਦੇ ਦੀਦਾਰ ਹੋਣਗੇ। ਅਰ ਮੈਂ ਹਿਰਦੇ ਵਿਚਾਰਤ ਬਾਤੀ। ਅਤੇ ਆਪਣੇ ਹਿਰਦੇ ਵਿੱਚ ਉਸ ਵੇਲੇ ਮਹਾਰਾਜ ਫਿਰ ਮੈਂ ਇਸ ਪ੍ਰਕਾਰ ਵਿਚਾਰਾਂ ਵਿਚਾਰਦੀ ਰਹੀ। ਕੋ ਸੇਵੈ ਸਿੱਖ ਮਮ ਪਸਚਾਤੀ। ਤੇ ਇਹ ਵੀ ਵਿਚਾਰ ਕੀਤੀ ਕਿ ਜੇ ਮੈਂ ਵੀ ਨਾਲ ਚਲੀ ਜਾਵਾਂ ਆਪਣੇ ਪਰਿਵਾਰ ਦੇ, ਆਪਣੇ ਜੀਆਂ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜੇ ਮੈਂ ਚਲੀ ਜਾਵਾਂ ਤੇ ਮੇਰੇ ਤੋਂ ਮਗਰੋਂ ਘਰ ਆਏ ਸੰਤ ਸੇਵਕ ਦੀ ਟਹਿਲ ਕੌਣ ਕਰੇਗਾ, ਕੌਣ ਗੁਰਸਿੱਖ ਨੂੰ ਭੋਜਨ ਪ੍ਰਸ਼ਾਦ ਜਲ ਪਾਣੀ ਛਕਾਵੇਗਾ। ਤੇ ਇਸ ਪ੍ਰਕਾਰ ਮਹਾਰਾਜ ਮੈਂ ਇਹ ਵੀ ਮਨ ਵਿੱਚ ਵਿਚਾਰ ਕੀਤੀ। ਸਭ ਕੁਟੰਬੀਨ ਅਬ ਕੇ ਆਨੀ। ਮਹਾਰਾਜ ਹੁਣ ਇਸ ਵਾਰ ਮੇਰੇ ਪਰਿਵਾਰ ਦੇ ਜੀਆਂ ਨੇ ਮੈਨੂੰ ਆਪਣੇ ਨਾਲ ਹੀ ਲੈ ਆਂਦਾ ਹੈ। ਲਖ ਦਰਸ਼ਨ ਕੀ ਚਾਹ ਮਾਨੀ। ਉਹਨਾਂ ਨੇ ਇਹ ਵਿਚਾਰ ਕੀਤੀ ਕਿ ਇਹਨੂੰ ਵੀ ਹੁਣ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਈਏ, ਇਹਦੇ ਹਿਰਦੇ ਵਿੱਚ ਵੀ ਦਰਸ਼ਨਾਂ ਦੀ ਬੜੀ ਤਾਂਘ ਹੈ। ਮਮ ਪਤੀ ਕੀ ਮਰਜ਼ੀ ਥੀ ਨਹੀਂ। ਮਹਾਰਾਜ ਸਾਰੇ ਪਰਿਵਾਰ ਦੇ ਜੀ ਮੈਨੂੰ ਲੈ ਕੇ ਆਏ ਪਰ ਮੇਰੇ ਪਤੀ ਦੀ ਇਹਦੇ ਵਿੱਚ ਅਜੇ ਮਰਜ਼ੀ ਨਹੀਂ ਸੀ। ਤਉ ਸਬਨ ਕੇ ਸੰਗੀ ਰਹੀ। ਪਰ ਫਿਰ ਵੀ ਮਹਾਰਾਜ ਜਿੰਨੇ ਮੇਰੇ ਘਰ ਦੇ ਜੀ ਸਨ ਇਹ ਮੇਰੀ ਤਾਂਘ ਵੇਖ ਕਰਕੇ, ਭਾਵਨਾ ਵੇਖ ਕਰਕੇ ਮੈਨੂੰ ਆਪਣਾ ਸੰਗੀ ਬਣਾ ਲਿਆ ਏ। ਇਤ ਕੋ ਚਲ ਆਈ ਤੁਮ ਪਾਈ। ਤੇ ਸੱਚੇ ਪਾਤਸ਼ਾਹ ਜੀ ਉਸ ਫਿਰ ਆਪਣੇ ਘਰ ਤੋਂ ਚੱਲ ਕੇ ਇੱਧਰ ਤੁਹਾਡੇ ਪਾਵਨ ਚਰਨਾਂ ਵਿੱਚ ਪਹੁੰਚੀ ਹਾਂ। ਤਉ ਧਿਆਨ ਮਮ ਲੰਗਰ ਮਾਈ। ਮਹਾਰਾਜ ਮੈਂ ਚੱਲ ਕੇ ਤਾਂ ਆ ਗਈ ਪਰ ਫਿਰ ਵੀ ਮੇਰਾ ਧਿਆਨ ਇਸੇ ਲੰਗਰ ਭਾਵਨਾ ਵਿੱਚ ਰਿਹਾ। ਮੇਰਾ ਧਿਆਨ ਉੱਥੇ ਹੀ ਹੈ ਵੀ ਜੇ ਕੋਈ ਸੰਤ ਸੇਵਾ ਸਾਧੂ ਪਾ ਗਿਆ ਤੇ ਉਹਦਾ ਭੋਜਨ ਪ੍ਰਸ਼ਾਦ ਕਿਵੇਂ ਬਣੇਗਾ। ਮਹਾਰਾਜ ਮੈਂ ਇੱਥੇ ਦਰਸ਼ਨ ਕਰਨ ਲਈ ਆ ਗਈ, ਮੇਰਾ ਧਿਆਨ ਉੱਥੇ ਹੀ ਹੈ। ਰਾਵਰ ਨਿਕਟ ਪੀਰ ਪਿਖ ਪਾਰੀ। ਤੇ ਗਰੀਬ ਨਵਾਜ ਜੀ ਹੁਣ ਜਦੋਂ ਤੁਹਾਡੇ ਇੱਥੇ ਦਰਬਾਰ ਵਿੱਚ ਆ ਕੇ ਦਰਸ਼ਨਾਂ ਦੀ ਚਾਹ ਜਾਗੀ ਤੇ ਕੀ ਵੇਖਿਆ ਕਿ ਬਹੁਤ ਜ਼ਿਆਦੀ ਸਿੱਖਾਂ ਦੀ ਭੀੜ ਹੈ। ਹਟੀ ਆਵਤੀ ਹਿਰਦੈ ਵਿਚਾਰੀ। ਮਹਾਰਾਜ ਮੈਂ ਜਦੋਂ ਇੱਥੇ ਦਰਸ਼ਨ ਕਰਨ ਲਈ ਆਈ ਭੀੜ ਵੇਖ ਕੇ ਫਿਰ ਮੈਂ ਵਾਪਸ ਮੁੜ ਜਾਂਦੀ ਰਹੀ। ਮਮ ਪਾਪਣ ਕੋ ਦਰਸ਼ਨ ਕਹਾ। ਤੇ ਵਿਚਾਰੇ ਮਨ ਵਿੱਚ ਕੀਤੀ ਕਿ ਮੇਰੇ ਅਜੇ ਵੀ ਏਡੇ ਮਾੜੇ ਭਾਗ ਨੇ ਕਿ ਮੈਂ ਸਮੁੰਦਰ ਕੋਲ ਰਹਿ ਕੇ ਵੀ, ਪਹੁੰਚ ਕੇ ਵੀ ਪਿਆਸੀ ਹਾਂ। ਮੈਂ ਇੰਨੀ ਦੂਰ ਚੱਲ ਕੇ ਵੀ ਆ ਗਈਆਂ ਪਰ ਫਿਰ ਵੀ ਮੇਰੇ ਭਾਗ ਨਹੀਂ ਇੰਨੇ ਕਿ ਮੈਂ ਸਾਹਿਬਾਂ ਦੇ ਦੀਦਾਰ ਕਰ ਸਕਾਂ। ਚੱਲ ਕਰ ਆਈ ਤਉ ਨਾ ਲਹਾ। ਮੈਂ ਚੱਲ ਕੇ ਵੀ ਆ ਗਈ ਫਿਰ ਵੀ ਗਰੀਬ ਨਵਾਜ ਪਾਤਸ਼ਾਹ ਦੇ ਦੀਦਾਰ ਨਾ ਕਰ ਸਕੀ। ਫਿਰ ਵੀ ਇਹਨਾਂ ਨੇਤਰਾਂ ਨਾਲ ਸਾਹਿਬਾਂ ਦੇ ਦਰਸ਼ਨ ਨਹੀਂ ਹੋ ਸਕੇ। ਜਾਏ ਕਰੋ ਮੈਂ ਲੰਗਰ ਸੇਵਾ। ਤੇ ਮਹਾਰਾਜ ਮੈਂ ਇਸ ਪ੍ਰਕਾਰ ਗੁਰਸਿੱਖਾਂ ਦੀ ਭੀੜ ਵੇਖ ਕਰਕੇ ਮੁੜ ਕੇ ਜਾ ਕੇ ਲੰਗਰ ਵਿੱਚ ਸੇਵਾ ਕਰਨ ਲੱਗ ਪਈ। ਤੁਮ ਅੰਤਰ ਜਾਮੀ ਲਖ ਭੇਵਾ। ਤੇ ਸੱਚੇ ਪਾਤਸ਼ਾਹ ਤੁਸੀਂ ਤੇ ਅੰਦਰ ਦੀਆਂ ਜਾਣਨ ਵਾਲੇ ਹੋ, ਤੁਸੀਂ ਤੇ ਹਰ ਸਿੱਖ ਦੀ ਘਟ ਘਟ ਦੀ ਜਾਣਨ ਵਾਲੇ ਹੋ ਤੇ ਤੁਸੀਂ ਮੇਰੀ ਬੇਨਤੀ, ਮੇਰੀ ਭਾਵਨਾ ਨੂੰ ਜਾਣ ਲਿਆ। ਪਠਿਓ ਸਿੱਖ
ਤਿਨ ਜਾਏ ਹਕਾਰੀ। ਮਹਾਰਾਜ ਸਿੱਖ ਨੂੰ ਭੇਜ ਕਰਕੇ ਤੁਸੀਂ ਮੈਨੂੰ ਸੱਦਾ ਬੁਲਾ ਲਿਆ। ਨਿਕਟ ਹੋਏ ਮੁਝ ਸੰਗ ਉਚਾਰੀ। ਸੱਚੇ ਪਾਤਸ਼ਾਹ ਜੀ ਮੈਨੂੰ ਕੋਲ ਬੁਲਾ ਕੇ ਹੁਣ ਮੈਨੂੰ ਕਹਿਣਾ ਕੀਤਾ ਹੈ। ਸਤਿਗੁਰ ਤੋਏ ਬੁਲਾਵਨ ਕਰਿਓ। ਮਹਾਰਾਜ ਜੀ ਸਿੱਖ ਨੇ ਜਾ ਕੇ ਮੈਨੂੰ ਜਾ ਕੇ ਕੋਲ ਜਾ ਕੇ ਕਿਹਾ ਕਿ ਤੈਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਦਰਬਾਰ ਸੱਦਿਆ ਹੈ। ਸੁਨ ਆਨੰਦ ਮੇਰੋ ਉਰ ਭਰਿਓ। ਗਰੀਬ ਨਵਾਜ ਜਦੋਂ ਕੰਨਾਂ ਦੇ ਵਿੱਚ ਇਹ ਬਚਨ ਪਏ ਨਾ ਕਿ ਤੈਨੂੰ ਸਤਿਗੁਰਾਂ ਨੇ ਸੱਦਿਆ ਹੈ, ਤੇ ਪਾਤਸ਼ਾਹ ਜੀ ਉਹ ਆਨੰਦ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਧ ਸੰਗਤ ਜੀ ਗੁਰਸਿੱਖਾਂ ਦੀ ਅਵਸਥਾ ਹੈ। ਜਿਹੜੇ ਗੁਰਸਿੱਖਾਂ ਦੇ ਅੰਦਰ ਤਾਂਘ ਹੁੰਦੀ ਹੈ, ਪ੍ਰੇਮ ਦੇ ਮਿਲਾਪ ਦੀ ਜਿਨ੍ਹਾਂ ਦੇ ਅੰਦਰ ਖਿੱਚ ਹੁੰਦੀ ਹੈ, ਜਦੋਂ ਗੁਰੂ ਵੱਲੋਂ ਸੁਨੇਹਾ ਆ ਜਾਂਦਾ ਹੈ ਨਾ, ਉਦੋਂ ਫਿਰ ਉਹਨਾਂ ਦੀ ਜੋ ਬਿਆਨ ਹੈ ਉਹ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ। ਇਹ ਪ੍ਰੇਮ ਦੀ ਡੋਰ ਹੀ ਐਸੀ ਹੈ। ਕਿਸੇ ਮਾਂ ਨੂੰ ਕਹੀਏ ਨਾ ਤੂੰ ਆਪਣੇ ਪੁੱਤਰ ਨਾਲ ਕਿੰਨਾ ਕੁ ਪਿਆਰ ਕਰਦੀ ਹੈ, ਸ਼ਬਦਾਂ ਵਿੱਚ ਬਿਆਨ ਕਰਕੇ ਦੱਸ ਦੇ, ਉਹਦੇ ਕੋਲ ਸ਼ਬਦ ਮੁੱਕ ਜਾਂਦੇ ਆ, ਪਰ ਪ੍ਰੇਮ ਦਾ ਬਿਆਨ ਨਹੀਂ ਕੀਤਾ ਜਾਂਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਤੇ ਸਿੱਖ ਦੇ ਪ੍ਰੇਮ ਦੀ ਭਾਵਨਾ ਹੈ ਜਿਹੜੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਕੇਵਲ ਇੱਕ ਸਿੱਖਿਆਦਾਇਕ ਲਈ ਜੋ ਇਹ ਸਾਖੀਆਂ ਨੇ ਸਾਨੂੰ ਸਰਵਣ ਕੀਤੀਆਂ ਜਾਂਦੀਆਂ, ਪਰ ਅੰਦਰੂਨੀ ਭੇਵ ਉਦੋਂ ਹੀ ਸਮਝਿਆ ਜਾਂਦਾ ਹੈ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਉਹੋ ਹੀ ਜਾਣਦਾ ਜਿਹਦੇ ਨੇਤਰਾਂ ਵਿੱਚ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੋਵੇ ਤੇ ਕੰਨਾਂ ਵਿੱਚ ਇਹ ਬਚਨ ਪੈ ਜਾਣ ਕਿ ਤੈਨੂੰ ਗੁਰੂ ਸਾਹਿਬ ਨੇ ਸੱਦਿਆ ਹੈ। ਮਹਾਰਾਜ ਮੇਰੀ ਉਸ ਵੇਲੇ ਭਾਵਨਾ ਆਨੰਦ ਬਹੁਤ ਵੱਧ ਗਿਆ, ਬਿਆਨ ਨਹੀਂ ਕਰ ਸਕਦੀ। ਦਇਆ ਕਰੀ ਮੁਝ ਆਪ ਹਕਾਰਾ। ਸੱਚੇ ਪਾਤਸ਼ਾਹ ਨੇ ਮੇਰੇ ਤੇ ਦਇਆ ਕੀਤੀ, ਰਹਿਮਤ ਕਰਕੇ ਮੈਨੂੰ ਆਪ ਸੱਦਿਆ ਹੈ। ਆਪ ਕਿਰਪਾਲੂ ਬਿਰਦ ਸੰਭਾਰਾ। ਕਿਰਪਾਲੂ ਸਤਿਗੁਰਾਂ ਨੇ ਆਪਣਾ ਬਿਰਦ ਸੰਭਾਲਿਆ ਹੈ, ਆਪਣੀ ਪੈਜ ਰੱਖੀ ਹੈ ਸੇਵਕ ਦੀ। ਮੁਝ ਪਰ ਹੁਕਮ ਹੋਏ ਜਿਸ ਭਾਂਤੀ। ਗਰੀਬ ਨਵਾਜ ਪਾਤਸ਼ਾਹ ਜੀ ਹੁਣ ਮੈਨੂੰ ਜਿਸ ਪ੍ਰਕਾਰ ਦਾ ਵੀ ਤੁਸੀਂ ਹੁਕਮ ਬਖਸ਼ੋਗੇ, ਅੰਗੀਕਾਰ ਕਰੋ ਸੋ ਬਾਤੀ। ਮਹਾਰਾਜ ਉਹਨਾਂ ਬਚਨਾਂ ਨੂੰ ਮੈਂ ਆਪਣੇ ਅੰਗੀਕਾਰ ਕਰਾਂਗੀ, ਪੱਲੇ ਬੰਨਾਂਗੀ। ਸੁਨ ਕਲਗੀਧਰ ਪਏ ਪ੍ਰਸੰਨ। ਐਸੇ ਬਚਨ ਸੁਣ ਕਰਕੇ ਕਲਗੀਧਰ ਗੁਰਦੇਵ ਪਿਤਾ ਜੀ ਬੜੇ ਪ੍ਰਸੰਨ ਹੋਏ ਹਨ। ਕਯੋ ਬਚਨ ਸਿੱਖਣੀ ਤੂੰ ਧੰਨ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਐ ਸਿੱਖਣੀ ਬੀਬਾ ਤੂੰ ਤੇ ਬਹੁਤ ਧੰਨਤਾ ਯੋਗ ਹੈ, ਧੰਨ ਹੈ। ਨਹਿਰ ਸਾਹੁਰ ਧੰਨ ਸੋ ਤੇਰੇ। ਤੇਰੇ ਮਾਤਾ ਪਿਤਾ ਵੀ ਧੰਨਤਾ ਦੇ ਯੋਗ ਨੇ ਤੇ ਤੇਰੇ ਸਹੁਰਾ ਪਰਿਵਾਰ ਵੀ ਧੰਨਤਾ ਦੇ ਯੋਗ ਹਨ। ਜਿਸ ਨੇ ਸ਼੍ਰੋਣ ਸੁਨਿਓ ਇੱਕ ਬੇਰੇ। ਤੇ ਐਸਾ ਤੇਰਾ ਸਿਦਕ ਜਿਹੜਾ ਤੂੰ ਇੱਕ ਵਾਰ ਬਚਨ ਸਾਧੂਆਂ ਕੋਲੋਂ ਸੁਣਿਆ ਉਹਨੂੰ ਪੱਲੇ ਬੰਨਿਆ। ਧਰਿਓ ਸਿਦਕ ਸੇਵਨ ਸਿੱਖ ਸੰਤ। ਤੇ ਬੜਾ ਸਿਦਕ ਧਾਰਨ ਕਰਕੇ ਸਿੱਖਾਂ ਸੰਤਾਂ ਭਗਤਾਂ ਦੀ ਸੇਵਾ ਦਾ ਜੀਵਨ ਵਿੱਚ ਇਹ ਕਰਮ ਨਿਭਾਇਆ। ਤਥਾ ਸਿਦਕ ਰਾਖਿਓ ਵਿੱਚ ਕੰਤ। ਫਿਰ ਨਾਲ ਇਹ ਵੀ ਸਿਦਕ ਰੱਖਿਆ ਵੀ ਆਪਣੇ ਪਤੀ ਦੇ ਹੁਕਮ ਵਿੱਚ ਰਹਿਣਾ ਹੈ। ਹਮ ਪੀ ਤੁਝ ਪਰ ਭੇਟ ਚੜਾਵੇਂ। ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰੀ ਐਸੀ ਭਾਵਨਾ ਨੂੰ ਵੇਖ ਕਰਕੇ ਸਾਨੂੰ ਖੁਸ਼ੀ ਹੋਈ ਹੈ ਤੇ ਅਸੀਂ ਵੀ ਤੈਨੂੰ ਕੋਈ ਨਾ ਕੋਈ ਭੇਟ ਦੇਵਾਂਗੇ। ਪਰ ਭਰਤਾ ਤੇਰਾ ਜਬ ਆਵੇ। ਪਰ ਦੇਵਾਂਗੇ ਉਦੋਂ ਜਦੋਂ ਤੇਰਾ ਪਤੀ ਤੇਰੇ ਨਾਲ ਆਵੇਗਾ। ਹੇ ਦੇਵੀ ਅਬ ਕਰੋ ਪਿਆਨ। ਬੀਬਾ ਹੁਣ ਤੁਸੀਂ ਇੱਥੋਂ ਪਿਆਨਾ ਕਰ ਜਾਵੋ, ਚਾਲੇ ਲਾ ਜਾਵੋ। ਮਾਨਾ ਤੁਹਾਡੀ ਜੋ ਭਾਵਨਾ ਸੀ ਉਹ ਪੂਰਨ ਹੋਈ ਹੈ। ਕਰ ਸੇਵਾ ਘਰ ਹੀ ਮੈਂ ਰਹੋ। ਸੇਵਾ ਕਰੋ ਤੇ ਘਰ ਦੇ ਵਿੱਚ ਹੀ ਰਹਿਣਾ ਕਰੋ। ਰਹਾ ਮਿਲਣ ਗੁਰ ਕੋ ਸੋ ਲਹੋ। ਬਸ ਇਹ ਜਾਣ ਲਵੋ ਜੇ ਘਰ ਵਿੱਚ ਰਹਿ ਕੇ ਤੁਸੀਂ ਸੇਵਾ ਕਰਦੇ ਰਹੋਗੇ ਨਾ, ਬਸ ਇਹ ਸਮਝ ਲਓ ਕਿ ਸੇਵਾ ਕਰਦਿਆਂ ਹੀ ਗੁਰੂ ਦੀ ਪ੍ਰਾਪਤੀ ਹੋ ਜਾਏਗੀ। ਤੁਸੀਂ ਸੇਵਾ ਕਰਦੇ ਰਹੋ, ਉੱਥੇ ਹੀ ਗੁਰੂ ਮਿਲ ਜਾਣਗੇ। ਸੁਨ ਕਰ ਨਿਜ ਡੇਰੇ ਮੈਂ ਗਈ। ਸਾਹਿਬਾਂ ਦੇ ਬਚਨ ਸੁਣ ਕਰਕੇ ਆਪਣੇ ਵਾਪਸ ਤੰਬੂ ਵਿੱਚ ਡੇਰੇ ਵਿੱਚ ਪਹੁੰਚੇ ਹਨ। ਭਰਤਾ ਸਾਥ ਬਾਤ ਕੈਦ। ਆਪਣੇ ਪਰਿਵਾਰ ਵਿੱਚ ਪਹੁੰਚ ਕਰਕੇ ਆਪਣੇ ਪਤੀ ਨੂੰ ਇਹ ਸਾਰੀ ਗੱਲ ਵਾਰਤਾ ਕਹੀ ਹੈ। ਉਠੇ ਪ੍ਰਭੂ ਦਰਸ਼ਨ ਦੇ ਗਏ।
ਫਿਰ ਗਰੀਬ ਨਵਾਜ ਪਾਤਸ਼ਾਹ ਵੀ ਸੰਗਤਾਂ ਨੂੰ ਦੀਦਾਰ ਦੇ ਕੇ ਦੀਵਾਨ ਦੀ ਸਮਾਪਤੀ ਕਰਕੇ ਉੱਠੇ ਹਨ। ਅਪਰ ਸਕਲ ਨਿਜ ਨਿਜ ਥਲ ਪਏ। ਸਾਰੇ ਸਿੱਖ ਵੀ ਸਤਿਗੁਰਾਂ ਦੇ ਦੀਦਾਰ ਕਰਕੇ ਆਗਿਆ ਲੈ ਕੇ ਆਪਣੇ ਆਪਣੇ ਆਸਣਾਂ ਤੇ ਗਏ ਨੇ। ਸੁਪਤੋਏ ਕਰ ਨਿਸਾ ਬਿਤਾਈ। ਇਸ ਪ੍ਰਕਾਰ ਸਾਰਿਆਂ ਨੇ ਸੁਖ ਨਾਲ ਰਾਤ ਬਤੀਤ ਕੀਤੀ ਹੈ। ਪਈ ਪ੍ਰਾਤ ਪੁਨ ਸਭਾ ਲਗਾਈ। ਅੰਮ੍ਰਿਤ ਵੇਲਾ ਹੋਇਆ ਫਿਰ ਸਤਿਗੁਰਾਂ ਦੇ ਦੀਵਾਨ ਸਜੇ ਸਭਾ ਸਜੀ ਹੈ। ਪਤੀ ਕੋ ਸੰਗ ਲੀਨ ਤੈ ਨਾਰੀ। ਇਹ ਬੀਬੀ ਫਿਰ ਆਪਣੇ ਪਤੀ ਨੂੰ ਨਾਲ ਲੈ ਕਰਕੇ ਖਰੀ ਪਾਈ ਸੋ ਗੁਰੂ ਅਗਾਰੀ। ਆਣ ਕੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਖਲੋਤੀ ਹੈ। ਸ਼੍ਰੀ ਮੁਖ ਤੇ ਬੂਝਿਓ ਤਿਸ ਬੇਰੀ। ਉਸ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਫਿਰ ਪੁੱਛਿਆ ਹੈ, ਸਿੱਖਣੀਏ ਸਿੱਖਣੀ ਕਿਸ ਕੇਰੀ। ਸੱਚੇ ਪਾਤਸ਼ਾਹ ਸੰਗਤ ਵਿੱਚ ਬੈਠਿਆਂ ਕਹਿਣ ਲੱਗੇ ਐ, ਸਿੱਖਣੀਏ ਦੱਸਣਾ ਕਰ ਤੂੰ ਕਿਹਦੀ ਸਿੱਖਣੀ ਹੈ। ਸ਼ਰਮਾਵਤ ਪੁਨ ਨਾਰ ਉਬਾਚੇ। ਇਸ ਪ੍ਰਕਾਰ ਜਦੋਂ ਸੱਚੇ ਪਾਤਸ਼ਾਹ ਪੁੱਛਿਆ ਹੈ ਤੇ ਝਿਜਕਦਿਆਂ ਹੋਇਆਂ ਕਹਿਣ ਲੱਗੀ, ਸੁਨੀਏ ਪਾਤਸ਼ਾਹ ਪ੍ਰਭ ਸਾਚੇ। ਐ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਪੁੱਛਿਆ ਤਾਂ ਸੁਣਨਾ ਕਰੋ। ਜੇਕਰ ਗੁਰ ਹੋਵਤੇ ਅਨਜਾਨ। ਜੇ ਸਤਿਗੁਰੂ ਜੀ ਜਾਣ ਹੋਣ ਤੋ ਬਤਾਵਤ ਬੇ ਹੇਤ ਬਖਾਨ। ਫਿਰ ਤਾਂ ਮੈਂ ਆਪਣੇ ਗੁਰੂਆਂ ਨੂੰ ਦੱਸਾਂ। ਗੁਰੂ ਤਾਂ ਮੇਰੇ ਘਟ ਘਟ ਦੀ ਜਾਣਨ ਵਾਲੇ ਨੇ, ਹਰ ਥਾਂ ਤੇ ਵਸਣ ਵਾਲੇ ਆ, ਦੱਸਣ ਦੀ ਕੀ ਜ਼ਰੂਰਤ ਹੈ। ਸੰਗਤ ਸੁਨਤ ਪਨਿਓ ਤਿਸ ਬੇਰੀ। ਤੇ ਸੰਗਤ ਨੇ ਜਦੋਂ ਐਸੇ ਬਚਨ ਸੁਣੇ ਹਨ, ਕਉ ਸਿੱਖਾ ਸਿੱਖਣੀ ਏਓ ਤੇਰੀ। ਫਿਰ ਸਾਹਿਬਾਂ ਨੇ ਫਿਰ ਸਿੱਖ ਨੂੰ ਉਸ ਵੇਲੇ ਪੁੱਛਣਾ ਕੀਤਾ ਕਿ ਸਿੱਖਾ ਇਹ ਦੱਸੇ ਤੇਰੀ ਸਿੱਖਣੀ ਹੈ। ਦੋਹਰਾ ਤਨ ਮਨ ਤਨ ਗੁਰ ਕੋ ਸਬੈ। ਮਮਤਾ ਛੋਡੀ ਦੂਰ। ਜਦੋਂ ਸਿੱਖ ਨੂੰ ਇਹ ਪੁੱਛਣਾ ਕੀਤਾ ਨਾ ਵੀ ਇਹ ਤੇਰੀ ਸਿੱਖਣੀ ਹੈ, ਤਾਂ ਉਸ ਵੇਲੇ ਗੁਰੂ ਖਾਲਸਾ ਜੀ ਜਿਹੜੀ ਗੁਰਸਿੱਖ ਦੀ ਬਿਰਤੀ ਹੈ, ਉਸ ਬਿਰਤੀ ਦੇ ਭਾਵ ਦੇ ਨਾਲ ਸਿੱਖ ਨੇ ਜਵਾਬ ਦਿੱਤਾ ਹੈ। ਕਿਉਂਕਿ ਭਾਂਡਾ ਉਹਨਾਂ ਬਣ ਚੁੱਕਾ ਸੀ, ਤਾਂ ਉਸ ਭਾਂਡੇ ਵਿੱਚੋਂ ਇਹ ਬਚਨ ਨਿਕਲੇ ਆ, ਉੱਤੋਂ ਨਹੀਂ ਬਚਨ ਨਿਕਲਦੇ। ਬਚਨ ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਜੋ ਅੰਦਰ ਹੁੰਦਾ ਉਹੋ ਹੀ ਪ੍ਰਗਟ ਹੁੰਦਾ। ਬੀਜ ਧਰਤੀ ਵਿੱਚ ਜਿਹੜਾ ਬੀਜਿਆ ਜਾਂਦਾ ਹੈ ਉਹੋ ਹੀ ਪ੍ਰਫੁੱਲਤ ਹੁੰਦਾ ਹੈ। ਇਸੇ ਪ੍ਰਕਾਰ ਜਦੋਂ ਸਾਹਿਬਾਂ ਨੇ ਬਚਨ ਕੀਤੇ ਆ ਤੇ ਉਸ ਵੇਲੇ ਨੇ ਸਿੱਖ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਤਨ ਇਹ ਮਨ ਇਹ ਧਨ ਜੋ ਹੈ ਇਹ ਗੁਰੂ ਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਨ ਮਨ ਧਨ ਕਰਕੇ ਅਸੀਂ ਗੁਰੂ ਦੇ ਹਾਂ। ਦੁਬਾਰਾ ਪੜਿਓ ਪੰਕਤੀ। ਤਨ ਮਨ ਤਨ ਗੁਰ ਕੋ ਸਬੈ। ਮਮਤਾ ਛੋਡੀ ਦੂਰ। ਸੱਚੇ ਪਾਤਸ਼ਾਹ ਜੀ ਤਨ ਮਨ ਧਨ ਕਰਕੇ ਅਸੀਂ ਤੁਹਾਡੇ ਆ। ਜੋ ਇਸ ਸੰਸਾਰ ਦੀ ਮੋਹ ਮਮਤਾ ਹੈ ਉਹ ਦੂਰ ਛੱਡ ਦਿੱਤੀ ਹੈ। ਦੇਹ ਸੰਜੋਗੀ ਨਾਰ ਸਿੱਖ ਸਿੱਖਾਂ ਕੀ ਧੂਰ। ਸੱਚੇ ਪਾਤਸ਼ਾਹ ਜੀ ਇਹ ਜਿਹੜੇ ਮਿਲਾਪ ਨੇ ਇਹ ਮੇਰੀ ਸਿੱਖਣੀ ਹੈ। ਮੈਂ ਇਹਦਾ ਭਰਤਾ ਪਤੀ ਆ। ਇਹ ਸੰਜੋਗਾਂ ਦੇਹਾਂ ਦੇ ਸੰਜੋਗ ਨੇ। ਇਹ ਦੇਹ ਦੇ ਸੰਜੋਗ ਉਦੋਂ ਤੱਕ ਨੇ ਜਦੋਂ ਦੇਹ ਹੈ। ਇਸ ਪ੍ਰਕਾਰ ਅਸੀਂ ਸਿੱਖਾਂ ਦੀ ਧੂਰੀ ਹਾਂ। ਚੋਪਈ ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਸਤਿਗੁਰੂ ਗਰੀਬ ਨਵਾਜ ਨੇ ਫਿਰ ਬਚਨ ਕਰਨਾ ਕੀਤਾ। ਸੁਨ ਸਿੱਖਾ ਤੂੰ ਅਧਿਕ ਪ੍ਰਬੀਨਾ। ਮਹਾਰਾਜ ਕਹਿਣ ਲੱਗੇ, ਸਿੱਖਾ ਤੂੰ ਬਹੁਤ ਪ੍ਰਬੀਨ ਹੈ, ਬੜਾ ਤੇਰਾ ਉੱਚਾ ਬਿਰਤਾ ਹੈ। ਨੈ ਪ੍ਰੰਤੂ ਤੋ ਕੋ ਸੁਧ ਹੋ ਕੋਈ। ਪਰ ਤੁਹਾਨੂੰ ਆਪਣੇ ਪੂਰਬਲੇ ਕਰਮ ਦੀ ਕਿਸੇ ਪ੍ਰਕਾਰ ਅਜੇ ਸੋਝੀ ਨਹੀਂ ਹੈ। ਹੋਏ ਜਾਏਗੀ ਸੁਨੀਐ ਸੋਈ। ਤੁਹਾਨੂੰ ਉਸ ਜਨਮ ਦੀ ਵੀ ਸੋਝੀ ਹੁਣ ਕਰਾ ਦੇਾਂਗੇ, ਹੋ ਜਾਵੇਗੀ। ਪ੍ਰਥਮ ਜਨਮ ਕੋ ਭਗਤ ਕਬੀਰ। ਹੁਣ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਤੁਹਾਡਾ ਪੂਰਬਲਾ ਜਨਮ ਸੀ ਉਹ ਤੇਰਾ ਜਨਮ ਭਾਈ ਭਗਤ ਕਬੀਰ ਦਾ ਸੀ। ਉਤੋ ਤੂੰ ਹੀ ਸਿਮਰਤ ਹਰ ਤੀਰ।
ਤੇ ਤੂੰ ਆਪਣੇ ਹਿਰਦੇ ਵਿੱਚ ਬੜੀ ਭਗਤੀ ਕਰਦਾ ਸੀ ਪਰਮੇਸ਼ਰ ਦੀ। ਹੋਤੀ ਤਬੇ ਇਹ ਸਿੱਖਣੀ ਲੋਈ। ਉਸ ਵੇਲੇ ਇਹ ਜੋ ਤੇਰੀ ਸਿੱਖਣੀ ਹੈ, ਇਹ ਤੇਰੀ ਘਰ ਵਾਲੀ ਮਾਤਾ ਲੋਈ ਸੀ। ਇੱਕ ਦਿਨ ਕਹਿਓ ਸੁਨੋ ਤੁਮ ਸੋਈ। ਇੱਕ ਦਿਨ ਤੂੰ ਉਸ ਵੇਲੇ ਆਪਣੀ ਪਤੀ ਕਬੀਰ ਨੇ ਆਪਣੀ ਇਸਤਰੀ ਘਰ ਵਾਲੀ ਦੇ ਨਾਲ ਮਾਤਾ ਲੋਈ ਨਾਲ ਬਚਨ ਕੀਤੇ। ਲੋਈ ਸੁਨੋ ਜਨਮ ਤੈ ਤਰਿਓ। ਪਿਛਲੇ ਜਨਮ ਵਿੱਚ ਤੂੰ ਪੁੱਛਣਾ ਕੀਤਾ ਕਿ ਐ ਲੋਈ, ਐ ਮੇਰੀ ਪਤਨੀ ਵੀ ਤੂੰ ਇਹ ਜਨਮ ਜੋ ਮਨੁੱਖਾ ਦੇ ਲਈ ਹੈ, ਕੌਣ ਲਾਭ ਤੈ ਖਾਟਨ ਕਰਿਓ। ਇੰਨੀ ਉੱਤਮ ਦੇਹੀ ਤੈਨੂੰ ਮਿਲੀ ਆ, ਤੂੰ ਇਸ ਦੇਹੀ ਵਿੱਚ ਕੀ ਲਾਭ ਖੱਟਿਆ ਹੈ। ਸੁਨ ਕੇ ਕਹਿਤ ਭਈ ਸੰਗ ਤੋਏ। ਉਸ ਵੇਲੇ ਤੇਰੀ ਇਹ ਸਿੱਖਣੀ ਨੇ ਤੈਨੂੰ ਇਹ ਬਚਨ ਸੁਣ ਕੇ ਕਿਹਾ, ਅਜੋ ਰੀਜ ਸੇਵਾ ਕੀ ਮੋਹੇ। ਤੇ ਮੇਰੇ ਅੰਦਰ ਹਿਰਦੇ ਵਿੱਚ ਅਜੇ ਵੀ ਮੈਨੂੰ ਸੇਵਾ ਦੀ ਰੀਝ ਮੇਰੀ ਬਾਕੀ ਰਹਿੰਦੀ ਹੈ। ਤਬ ਕਬੀਰ ਤ੍ਰਿਆ ਸਾਥ ਕਹੇਹੀ। ਤੇ ਉਸ ਵੇਲੇ ਕਬੀਰ ਸਾਹਿਬ ਨੇ ਆਪਣੀ ਪਤਨੀ ਮਾਤਾ ਲੋਈ ਨੂੰ ਕਿਹਾ, ਨੈ ਗ੍ਰਹਿਣੀਆਂ ਰਹੋ ਹੋਏ ਏਹੀ। ਕਹਿਣ ਲੱਗੇ ਕਬੀਰ ਸਾਹਿਬ, ਐ ਇਸਤਰੀ, ਐ ਪਤਨੀ, ਜਿਹੜਾ ਗ੍ਰਸਤੀ ਹੁੰਦਾ ਉਹਦੀ ਇਹ ਇਸ ਪ੍ਰਕਾਰ ਦੀ ਬਿਰਤੀ ਨਹੀਂ ਹੋਣੀ ਚਾਹੀਦੀ। ਜੋ ਮਰਜ਼ੀ ਪਰਤਾ ਕੀ ਹੋਏ। ਇਸ ਪ੍ਰਕਾਰ ਪਤਨੀ ਦੇ ਪਤੀ ਦੀ ਮਰਜ਼ੀ ਹੁੰਦੀ ਹੈ। ਉਚਿਤ ਭਾਰ ਜਾ ਧਾਰੈ ਸੋਏ। ਬਸ ਪਤਨੀ ਦਾ ਉਸ ਮਰਜ਼ੀ ਵਿੱਚ, ਆਗਿਆ ਵਿੱਚ ਰਹਿਣਾ ਉਚਿਤ ਹੁੰਦਾ ਹੈ। ਸੇਵਾ ਕਰਨ ਵਾਸ਼ਨਾ ਤੇਰੀ। ਤੇਰੀ ਜਿਹੜੀ ਭਾਵਨਾ ਹੈ ਉਹ ਸੇਵਾ ਕਰਨ ਦੀ ਜੋ ਰਹਿੰਦੀ ਹੈ। ਜਨਮ ਤਰੋ ਪੁਨ ਜਗ ਇੱਕ ਬੇਰੀ। ਹੁਣ ਉਸ ਭਾਵਨਾ ਨੂੰ ਪੂਰਨ ਕਰਨ ਲਈ ਤੈਨੂੰ ਇੱਕ ਵਾਰ ਫੇਰ ਜਨਮ ਲੈਣਾ ਪਵੇਗਾ। ਕਰ ਖਤਰੀ ਜਨਮਿਓ ਇਸ ਕਾਲਾ। ਤੇ ਇਸ ਪ੍ਰਕਾਰ ਤੇਰੇ ਤੇ ਰੀਝਣਗੇ ਖੱਤਰੀਆਂ ਦੇ ਘਰ ਵਿੱਚ ਤੇਰਾ ਜਨਮ ਹੋਵੇਗਾ। ਓਏ ਸ਼੍ਰੀ ਨਾਨਕ ਪੰਥ ਵਿਸਾਲਾ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਗਤ ਉੱਤੇ ਪੰਥ ਚੱਲੇਗਾ। ਗੁਰਦਰ ਸੇ ਗੁਰ ਬਾਕ ਸੁਨੇ ਹੈ। ਗੁਰੂ ਜੀ ਦੇ ਦਰਸ਼ਨ ਕਰੋਗੇ, ਗੁਰਾਂ ਦੇ ਬਚਨ ਸਰਵਣ ਕਰੋਗੇ। ਉਨ ਉਧਾਰ ਸੇਵੈ ਹੋਏ ਜੈ ਹੈ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪੰਥ ਵਿੱਚ ਤੁਹਾਡੀ ਸੇਵਾ ਹੋਏਗੀ, ਫਿਰ ਉਧਾਰ ਹੋਵੇਗਾ। ਸੁਨ ਲੋਈ ਚਰਨਨ ਪਰ ਪਰੀ। ਇਸ ਪ੍ਰਕਾਰ ਬਚਨ ਸੁਣ ਕੇ ਕਬੀਰ ਸਾਹਿਬ ਦੇ ਮਾਤਾ ਲੋਈ ਚਰਨਾਂ ਨੂੰ ਪੈ ਗਈ। ਦੀਨ ਹੋਏ ਤਬ ਬਿਨਤੀ ਕਰੀ। ਬੜਾ ਦੀਨ ਨਿਮਾਣੀ ਹੋ ਕੇ ਬੇਨਤੀ ਕੀਤੀ। ਤੁਮ ਪੀ ਦਾਸੀ ਕੋ ਮਤ ਤਿਆਗੋ। ਕਹਿਣ ਲੱਗੀ ਹੈ, ਪਤੀ ਪਰਮੇਸ਼ਰ ਜੀ, ਤੁਸੀਂ ਵੀ ਆਪਣੀ ਦਾਸੀ ਨੂੰ ਨਾ ਤਿਆਗਣਾ। ਮੇਰੀ ਪ੍ਰੀਤ ਦੇਖ ਕੇ ਅਨੁਰਾਗੋ। ਮੇਰੀ ਪ੍ਰੀਤ ਨੂੰ ਦੇਖ ਕੇ ਤੁਸੀਂ ਮੈਨੂੰ ਪ੍ਰੇਮ ਰੱਖਣਾ। ਗਇਓ ਕਬੀਰ ਸਾਧਨੀ ਸੁਨੀਏ। ਕਬੀਰ ਸਾਹਿਬ ਕਹਿਣ ਲੱਗੇ, ਐ ਸਾਧਨੀ ਮਾਤਾ ਲੋਈ ਸੁਣਨਾ ਕਰ। ਸੇਵਾ ਕਰਨੀ ਹੀ ਭਲ ਜਨੀਏ। ਜਿਹੜੀ ਸੇਵਾ ਕਰਨੀ ਹੈ ਇਹੀ ਜੀਵਨ ਵਿੱਚ ਭਲਾ ਕਰਮ ਕਰਨਾ ਹੈ। ਭਈ ਭਾਵਨਾ ਜੇ ਇਮ ਤੋਈ। ਜੇ ਤੇਰੀ ਸੇਵਾ ਕਰਨ ਦੀ ਭਲੀ ਭਾਵਨਾ ਜਾਗੀ ਹੈ, ਜਨਮ ਹੋਏ ਤੇਰੇ ਸੰਗ ਮੋਈ। ਫਿਰ ਤੇਰੇ ਨਾਲ ਹੁਣ ਮੈਂ ਵੀ ਜਨਮ ਧਾਰਨ ਕਰਕੇ ਆਵਾਂਗਾ। ਇਮ ਕੈ ਜਨਮ ਤਰਿਓ ਤੋ ਵਦੋਈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਤੁਸੀਂ ਦੋਵਾਂ ਨੇ ਜਨਮ ਧਾਰਿਆ ਹੈ। ਪੂਰਬ ਕੀ ਸੁਧ ਰਹੀ ਨ ਕੋਈ। ਤੁਹਾਨੂੰ ਆਪਣੇ ਪਿਛਲੇ ਜਨਮ ਦੀ ਅਜੇ ਕੋਈ ਸੋਝੀ ਨਹੀਂ ਹੈ। ਕਹਿਓ ਕਿ ਸਮਾ ਸੋ ਪੂਰਬ ਤੇਰਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਜੋ ਤੁਹਾਡਾ ਪੂਰਬਲਾ ਸਮਾਂ ਹੈ, ਗੁਰ ਬਿਨ ਨੈ ਜਾਗੇ ਇਸ ਬੇਰਾ। ਗੁਰੂ ਤੋਂ ਬਿਨਾ ਇਹ ਸਮੇਂ ਦੀ ਸੋਝੀ ਤੁਹਾਨੂੰ ਨਹੀਂ ਹੋ ਸਕਦੀ। ਇਤਨੋ ਕਹਿ ਗੁਰ ਕੀਨ ਪ੍ਰਸਾਦ। ਇੰਨਾ ਕਹਿ ਕੇ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਪ੍ਰਸ਼ਾਦ ਲਿਆ ਹੈ। ਨਿਜ ਕਰ ਦੀਨ ਕਰਾਹਾ ਪ੍ਰਸਾਦ। ਆਪਣੇ ਹੱਥੀਂ ਪ੍ਰਸ਼ਾਦ, ਕੜਾ ਪ੍ਰਸ਼ਾਦ ਇਹਨਾਂ ਨੂੰ ਦਿੱਤਾ ਹੈ। ਸਿੱਖ ਸਿੱਖਣੀ ਮੁਖ ਪਾਵਨ ਕੀਨਾ। ਸਿੱਖ ਤੇ ਸਿੱਖਣੀ ਨੇ ਦੋਵਾਂ ਪ੍ਰਸ਼ਾਦ ਛਕਿਆ ਹੈ। ਖੁੱਲ ਕਪਾਟ ਠਾਠ ਨਵੀਨਾ। ਪ੍ਰਸ਼ਾਦ ਛਕਦਿਆਂ ਹੀ ਜਿਹੜੇ ਕਪਾਟ ਸੀ ਉਹ ਖੁੱਲ ਗਏ, ਬੜਾ ਨਵੀਨ ਰੂਪ ਬਣ ਗਿਆ। ਜਾਗਿਓ ਬੋਧ ਸਕਲ ਸੁਧਿਆਈ। ਸੱਚੇ ਪਾਤਸ਼ਾਹ ਦੇ ਕਰ ਕਮਲਾਂ ਦਾ ਪਾਕ ਪ੍ਰਸ਼ਾਦ ਛਕ ਕੇ ਬੋਧ ਹੋ ਗਿਆ, ਸਾਰੀ ਸੋਝੀ ਆ ਗਈ। ਜਿਮ ਜਿਮ ਬੀਤੀ ਮਤ ਬਿਸਮਾਈ। ਜਿਸ ਪ੍ਰਕਾਰ ਪਿਛਲੇ ਜਨਮ ਦੀ ਸਾਰਾ ਦ੍ਰਿਸ਼ਟਾਂਤ ਸਾਹਮਣੇ ਹੋਇਆ। ਬੋਲੇ ਹੱਥ ਜੋਰ ਮੁਖ ਜੋਵੇ। ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਹਮ ਪ੍ਰਤਬਾਕ ਆਪ ਕੋ ਹੋਵੇ। ਮਹਾਰਾਜ ਸਾਡੇ ਪ੍ਰਤੀ ਆਪ ਜੀ ਬਚਨ ਕਰੋ। ਕਰੀ ਬੀੜ
ਗ੍ਰੰਥ ਸਾਹਿਬ ਜਬੇ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖੀ ਹੈ, ਦਿਓ ਵਿਦੇ ਦਰਸ ਤੁਮ ਤਬੇ। ਉਸ ਵੇਲੇ ਤੁਸੀਂ ਵਿਦੇ ਰੂਪ ਹੋ ਕਰਕੇ ਦਰਸ਼ਨ ਦਿੱਤੇ ਸੀ, ਸਰੀਰ ਵਿੱਚ ਨਹੀਂ ਵਰਤੇ। ਅਬ ਇਸ ਦੇ ਸਹਿਤ ਹੋਏ ਆਏ। ਹੁਣ ਤੁਸੀਂ ਦੇਹ ਸਹਿਤ ਇਸ ਗੁਰੂ ਘਰ ਵਿੱਚ ਆਏ ਹੋ। ਪੂਰਬ ਬਾਣੀ ਦਿਓ ਸੁਨਾਏ। ਜਿਹੜੀ ਤੁਸੀਂ ਆਪਣੀ ਪਹਿਲੇ ਜਨਮ ਵਿੱਚ ਬਾਣੀ ਰਚੀ ਆ ਉਹ ਹੁਣ ਸਾਰੇ ਸਿੱਖਾਂ ਨੂੰ ਸੁਣਾ ਦਿਓ। ਜਿਸ ਕੋ ਸੁਨ ਕਰ ਸੰਗਤ ਪ੍ਰੀਤ। ਇਹਨੂੰ ਸੁਣ ਕੇ ਸੰਗਤ ਦੀ ਗੁਰੂ ਘਰ ਪ੍ਰਤੀ ਪ੍ਰੀਤ ਬਣ ਜਾਵੇ, ਪ੍ਰੇਮ ਬਣ ਜਾਵੇ। ਤਬ ਕਬੀਰ ਗਨ ਸ਼ਬਦ ਤੇ ਸੁਨਾਏ। ਫਿਰ ਉਸ ਵੇਲੇ ਇਸ ਸਿੱਖ ਨੇ ਭਗਤ ਕਬੀਰ ਸਾਹਿਬ ਦੀ ਸਾਰੀ ਬਾਣੀ ਆਪਣੇ ਮੁਖੋਂ ਸੁਣਾਈ ਹੈ। ਜਨਮ ਪ੍ਰਥਮ ਕੇ ਜਥਾ ਬਨਾਏ। ਜਿਸ ਤਰ੍ਹਾਂ ਪੁਰਾਣਾ ਪਿਛਲਾ ਜਨਮ ਕਬੀਰ ਸਾਹਿਬ ਦਾ ਸੀ ਉਹ ਸਾਰੀ ਬਚਨ ਸੁਣਾ ਦਿੱਤੇ। ਭੋਗ ਪਾਏ ਕਰ ਸੀਸ ਨਿਵਾਇਓ। ਗੁਰਬਾਣੀ ਦੇ ਭੋਗ ਪਾ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾਇਆ। ਸ਼੍ਰੀ ਮੁਖ ਤੇ ਤਬ ਏ ਫੁਰਮਾਇਓ। ਮਹਾਰਾਜ ਜੀਆਂ ਨੇ ਹੱਥ ਜੋ ਫਿਰ ਮੁਖ ਤੋਂ ਉਚਾਰਨ ਕੀਤਾ। ਸਭ ਭਗਤਨ ਸਰਦਾਰ ਕਬੀਰ। ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰੇ ਭਗਤਾਂ ਦਾ ਸ਼੍ਰੋਮਣੀ ਜੋ ਹੈ ਉਹ ਕਬੀਰ ਹੈ। ਰਚਿਓ ਗੁਰੂ ਕੀਆ ਪੰਥ ਗਈਰ। ਗੁਰੂ ਸਾਹਿਬ ਨੇ ਜਿਹੜਾ ਮਹਾਨ ਪੰਥ ਰਚਿਆ ਹੈ। ਅਬ ਸਿੱਖਨ ਕਰ ਜਨਮੋ ਜਾਏ ਸੋ। ਹੁਣ ਭਾਈ ਸਿੱਖਾਂ ਦੇ ਘਰ ਵਿੱਚ ਆ ਕੇ ਜਨਮ ਧਾਰਨ ਕੀਤਾ। ਧਰਮ ਰਖਨ ਹਿਤ ਬੇਖ ਬਨਾਇਸ। ਧਰਮ ਪ੍ਰਾਪਤੀ ਲਈ ਇਹ ਵੇਖ ਬਣਾਇਆ ਹੈ। ਕਲ ਯੁਗ ਕੋ ਕਰਬੋ ਨਿਰਬਾਉ। ਇਹ ਕਲਯੁਗ ਦੇ ਵਿੱਚ ਭਗਤਾਂ ਨੇ ਨਿਰਵਾਹ ਕੀਤਾ ਹੈ। ਸੁਨ ਪ੍ਰਭ ਤੇ ਸਿੱਖ ਸਿੱਖਣੀ ਜਾਗੇ। ਇਸ ਪ੍ਰਕਾਰ ਮਹਾਰਾਜ ਦੇ ਬਚਨ ਸੁਣ ਕੇ ਸਿੱਖ ਸਿੱਖਣੀ ਜਾਗੇ ਹਨ। ਗਮਨੇ ਸਦਨ ਜੋਗ ਕੋ ਲਾਗੇ। ਆਪਣੇ ਘਰ ਵਿੱਚ ਜਾ ਕੇ ਗੁਰੂ ਕੀ ਭਗਤੀ ਵਿੱਚ ਜੁੜੇ ਹਨ। ਮਾਨਿਓ ਬਚਨ ਭਗਤ ਸਮੁਦਾਏ। ਸਾਰੇ ਭਗਤਾਂ ਨੇ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਦੇ ਬਚਨ ਮੰਨੇ। ਸਿੱਖਨ ਕਰੇ ਜਨਮ ਤਾਰੇ ਆਏ। ਸਿੱਖਾਂ ਦੇ ਘਰ ਵਿੱਚ ਆਪਣੇ ਜਨਮ ਲੈ ਕੇ ਆਏ। ਪੰਥ ਵਿਖੇ ਹੋਏ ਸੇਵਾ ਲਾਗੇ। ਗੁਰੂ ਨਾਨਕ ਦੇ ਪੰਥ ਵਿੱਚ ਆ ਕੇ ਸੇਵਾ ਲੱਗੇ। ਤੁਰਕਨ ਸੰਗ ਜੰਗ ਮੈਂ ਜਾਗੇ। ਕਈ ਭਗਤਾਂ ਨੇ ਤੁਰਕਾਂ ਦੇ ਨਾਲ ਜੰਗ ਵੀ ਕੀਤੇ ਹਨ। ਭਇਓ ਖਾਲਸਾ ਤੇਜ ਵਿਸਾਲਾ। ਇਸ ਪ੍ਰਕਾਰ ਖਾਲਸੇ ਦਾ ਤੇਜ ਬੜਾ ਪ੍ਰਤਾਪ ਵਧਿਆ ਹੈ। ਕੇਸ ਕਾਛ ਧਰ ਸ਼ਸਤਰ ਕਰਾਲਾ। ਕੇਸ ਕਾਛਹਿਰਾ ਤੇ ਸ਼ਸਤਰ ਧਾਰਨ ਕੀਤੇ ਹਨ। ਭਏ ਵੀਰ ਰਸ ਮੈਂ ਸਾਵਧਾਨਾ। ਸਾਰੇ ਹੀ ਵੀਰ ਰਸ ਦੇ ਵਿੱਚ ਤਿਆਰ ਬਰ ਤਿਆਰ ਸਾਵਧਾਨ ਹੋਏ ਨੇ। ਬਿਨਾ ਜੁੱਧ ਕੁਛ ਚਾਹੇ ਨਾ ਆਨਾ। ਬਿਨਾ ਜੁੱਧ ਤੋਂ ਖਾਲਸਾ ਹੁਣ ਕਿਸੇ ਪ੍ਰਕਾਰ ਵੀ ਕੋਈ ਭਾਵਨਾ ਨਹੀਂ ਰੱਖਦਾ ਹੈ। ਇਸ ਪ੍ਰਕਾਰ ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਪੂਰਬ ਜਨਮ ਦੀ ਬੋਧ ਕਰਾ ਕੇ ਸਿੱਖਾਂ ਦੇ ਅੰਦਰ ਭਾਵਨਾ ਜਗਾਈ ਹੈ ਕਿ ਜਿਹੜੇ ਅੱਜ ਵੀ ਗੁਰੂ ਘਰ ਦੇ ਨਾਲ ਜੁੜੇ ਨੇ ਇਹ ਅੱਜ ਦੇ ਨਹੀਂ, ਇਹ ਪੂਰਬ ਜਨਮ ਕੇ ਮਿਲੇ ਸੰਜੋਗੀ ਪੂਰਬਲੇ ਕਰਮਾਂ ਤੋਂ ਜੁੜੇ ਆ ਰਹੇ ਨੇ। ਇਸ ਪ੍ਰਕਾਰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗੱਜ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ हे ਫਤਿਹ। ਅਚੁੱਤ हे ਪਾਰ ਬ੍ਰਹਮ ਅਬਨਾਸੀ ਅਗਨਾਸ। हे ਪੂਰਨ हे ਸਰਬ ਮੈਂ ਦੁਖ ਭੰਜਨ ਗੁਣ ਤਾਸ। हे ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ। हे ਗੋਬਿੰਦ ਹੈ ਗੁਣ ਜਾ ਨਿਧਾਨ ਕੇ ਸਦਾ ਬਵੇਕ। हे ਅਪਰੰਪਰ ਹਰ ਹਰੇ ਐ ਪੀਓ ਅਣਿਆਰ। हे ਸੰਤਾਂ ਕੈ ਸਦਾ ਸੰਗ ਨੀ ਧਾਰਾ ਆਧਾਰ। हे ਠਾਕੁਰ ਹਉ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾ ਰਾਖੋਈ ਐ ਪਰੋਏ। ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ। ਵਾਹਿਗੁਰੂ ਨਾਮ ਜਹਾਜ ਚੜੇ ਹੈ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।